ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦਰਖਸ਼ਾਂ ਸ਼ੁਦੇ ਆਂਚੁਨਾ ਤੇਗ ਤੇਸ, ਅਧੂਰਾ ਅਜ਼ੋ ਦਿਲ ਸ਼ਬਦ ਰੇਜ਼ ਰੇਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਰਬੱਤ ਸੰਗਤਾਂ ਸਤਿਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਸ੍ਰੀ ਜਫਰਨਾਮੇ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ ਹੋ। ਦਸਵੀਂ ਹਕਾਇਤ ਦੀ ਜੋ ਕਥਾ ਸਰਵਣ ਕਰ ਰਹੇ ਹਾਂ, ਮਯੰਦਰਾ ਦਾ ਰਾਜਾ, ਉਹਦਾ ਪੁੱਤਰ ਜੋ ਹਬਸ਼ ਦੇਸ਼ ਦੇ ਅੰਦਰ ਜਾ ਕੇ ਉੱਥੋਂ ਦਾ ਵਜ਼ੀਰ ਬਣਿਆ, ਔਰ ਵਜ਼ੀਰ ਦੀ ਲੜਕੀ ਜਿਹੜੀ, ਇਹਨਾਂ ਦੋਹਾਂ ਜਾਣਿਆਂ ਨੇ ਪਤੀ ਪਤਨੀ ਨੇ ਜਿਸ ਤਰ੍ਹਾਂ ਮਯੰਦਰਾ ਦੇ ਰਾਜੇ ਦੇ ਖਿਲਾਫ ਹੀ ਜੰਗ ਕੀਤਾ, ਉਹਦਾ ਜ਼ਿਕਰ ਮਹਾਰਾਜ ਇੱਥੇ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਸਮੂਹ ਸੰਗਤਾਂ ਪ੍ਰੇਮ ਅਦਬ ਸਹਿਤ ਜਪੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦਰਖਸ਼ਾਂ ਸ਼ੁਦੈ ਆਂਚੁਨਾ ਤੇਗ ਤੇਜ਼। ਸਾਧ ਸੰਗਤ ਜੀ, ਮਯੰਦਰਾ ਦਾ ਜਿਹੜਾ ਵਜ਼ੀਰ ਸੀਗਾ, ਬਾਹਰ ਬੇ ਅੰਦਰ ਆਮਦ ਵਜ਼ੀਰੇ ਚੁਬਾਦ, ਯਕੇ ਤੇ ਕਮਾਯੰਦਰਾਨੀ ਕੁਸ਼ਾਦ। ਵਜ਼ੀਰ ਜਿਹੜਾ ਸੀ ਮਯੰਦਰਾ ਦੇ ਰਾਜੇ ਦਾ, ਉਹ ਜੰਗ ਕਰਨ ਵਾਸਤੇ ਆਇਆ। ਉਹਦੇ ਹੱਥ ਦੇ ਵਿੱਚ ਮਯੰਦਰਾ ਦੀ ਬਣੀ ਹੋਈ ਤਲਵਾਰ ਹੈ। ਦਿਗਰ ਤਰਫ ਆਮਦ ਬਾ ਦੁਖਤਰ ਆਜ਼ਾਮ ਬਾ ਰਹਿਨੇ ਯਕੇ ਤੇ ਹਿੰਦੁਸਤਾਨ। ਦੂਜੇ ਪਾਸੇ ਵਜ਼ੀਰ ਦੀ ਲੜਕੀ ਸੀ ਜੋ ਜੰਗ ਕਰਨ ਵਾਸਤੇ ਵਜ਼ੀਰ ਦੇ ਸਾਹਮਣੇ ਆਈ ਹੈ। ਉਹਨੇ ਆਪਣੇ ਹੱਥ ਵਿੱਚ ਹਿੰਦੁਸਤਾਨ ਦੀ ਬਣੀ ਤੇਗ ਪਕੜੀ ਹੋਈ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਜਦੋਂ ਯੋਧੇ ਜੰਗ ਦੇ ਵਿੱਚ ਆ ਗਏ, ਤੇਜ ਤੱਲਣ ਵਾਲੀ ਜਿਹੜੀ ਤੇਗ ਹੈ ਜੰਗ ਦੇ ਅੰਦਰ ਆ ਕਰਕੇ ਉਹ ਚਮਕਣ ਲੱਗ ਪਈ ਹੈ। ਅਧੂਰਾ ਅਜ਼ੋ ਦਿਲ ਸ਼ਬਦ ਰੇਜ਼ ਰੇਜ਼। ਜਿਨ੍ਹਾਂ ਤਲਵਾਰਾਂ ਦਾ ਤੇਜ ਪ੍ਰਤਾਪ ਵੇਖ ਕੇ ਜਿਹੜੇ ਯੋਧੇ ਸਨ, ਉਹਨਾਂ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਹੈ। ਯਕੇ ਤੇਗ ਜ਼ਦਬਰ ਸਰੇ ਓ ਸਮਨ। ਮਹਾਰਾਜ ਜੀ ਕਹਿੰਦੇ ਉਹਨੇ ਤੇਗ ਲੈ ਕਰਕੇ ਉਸ ਵਜ਼ੀਰ ਦੇ ਸਿਰ ਦੇ ਉੱਪਰ ਮਾਰੀ ਹੈ। ਜ਼ਮੀਨਸ਼ ਦਰਿਆਮਤ ਚੋਕੋਹੇ ਬਿਲੰਦ। ਜਿਸ ਤਰ੍ਹਾਂ ਵੱਡਾ ਪਹਾੜ ਧਰਤੀ ਤੇ ਡਿੱਗਦਾ ਹੈ, ਇਸੇ ਤਰ੍ਹਾਂ ਜਦੋਂ ਲੜਕੀ ਨੇ ਤੇਗ ਮਾਰੀ ਤੇ ਉਹ ਵਜ਼ੀਰ ਪਹਾੜ ਦੇ ਵਾਂਗੂ ਧਰਤੀ ਤੇ ਆ ਡਿੱਗਿਆ ਹੈ। ਦਿਗਰ ਤੇਗ ਔਰਾ ਬੇਜ਼ਦ ਕਰਦਨੀ। ਮਹਾਰਾਜ ਕਹਿੰਦੇ ਇੱਕ ਹੋਰ ਯੋਧਾ ਆਇਆ, ਉਹਨੇ ਫਿਰ ਉਸ ਯੋਧੇ ਨੂੰ ਵੀ ਤੇਗ ਮਾਰ ਕੇ ਅੱਧੋ ਅੱਧ ਕਰ ਦਿੱਤਾ ਹੈ। ਬੇਅਫਤਾਦ ਬੂਮਸ ਜੋ ਕਰਖੇ ਅਜ਼ੀਮ। ਇਸ ਤਰ੍ਹਾਂ ਜਿਹੜਾ ਉਹ ਵੱਡਾ ਯੋਧਾ ਸੀ, ਤੇਗ ਮਾਰ ਕੇ ਉਹਨੂੰ ਵੀ ਘੋੜੇ ਤੋਂ ਹੇਠਾਂ ਜ਼ਮੀਨ ਤੇ ਸੁੱਟ ਦਿੱਤਾ ਹੈ। ਦਿਗਰ ਮਰਦ ਆਮਦ ਚੂੰ ਪ੍ਰੇਰਾ ਉਕਾ। ਇਸ ਤੋਂ ਬਾਅਦ ਫਿਰ ਦੂਜਾ ਸੂਰਬੀਰ ਯੋਧਾ ਮੈਦਾਨੇ ਜੰਗ ਵਿੱਚ ਆਇਆ। ਮਹਾਰਾਜ ਕਹਿੰਦੇ ਜਿਵੇਂ ਉੱਡਣ ਵਾਲਾ ਤੀਰ ਹੁੰਦਾ, ਉਸ ਤੀਰ ਦੇ ਵਾਂਗੂ ਇਹ ਮੈਦਾਨੇ ਜੰਗ ਵਿੱਚ ਪਹੁੰਚਿਆ ਹੈ। ਬੇਜ਼ਦ ਤੇਗ ਔਰਾ ਬਾਕਰ ਦਸ਼ਖਰਾ। ਉਸ ਲੜਕੀ ਨੇ ਉਹਦੇ ਵੀ ਤੇਗ ਮਾਰੀ ਤੇ ਤੇਗ ਮਾਰ ਕੇ ਉਹਨੂੰ ਵੀ ਧਰਤੀ ਉੱਪਰ ਸੁੱਟ ਦਿੱਤਾ ਹੈ। ਚੁਕਾਰੇ ਵਜ਼ੀਰਸ਼ ਬਰਾਹਤ ਰਸੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵਜ਼ੀਰ ਦਾ ਕੰਮ ਤਮਾਮ ਕਰਕੇ ਉਦੋਂ ਨੇ ਸੁੱਖ ਦਾ ਸਾਹ ਲਿਆ। ਉਸ ਤੋਂ ਬਾਅਦ ਜਿਹੜਾ ਦੂਸਰਾ ਯੋਧਾ ਆਇਆ ਸੀ, ਉਹਨੂੰ ਮਾਰ ਕੇ ਸੁੱਖ ਦਾ ਸਾਹ ਲਿਆ ਹੈ। ਦਿਗਰ ਮਿਹਨਤੇ ਸਿਮ ਆਮਦ ਪਦੀ। ਦੋਹਾਂ ਨੂੰ ਤੇ ਬੜੀ ਸਖਤੀ ਦੇ ਨਾਲ ਉਹਨੇ ਨਿਬੇੜ ਦਿਆ।
ਇਤਨੇ ਨੂੰ ਸਿਯਮ ਆਮ ਪਦੀਦ। ਮਹਾਰਾਜ ਕਹਿੰਦੇ ਤੀਜੀ ਮੁਸੀਬਤ ਫਿਰ ਇਹਦੇ ਸਿਰ ਤੇ ਆ ਗਈ ਹੈ। ਸਿਯਮ ਦੇਵ ਆਮਦ ਪਾਗਲ ਤੀਦ ਕੂਨ। ਇਹਨੇ ਨੂੰ ਇੱਕ ਬੜਾ ਭਾਰੀ ਦੈਂਤ ਦਾ ਭਾਵ ਹੈ ਵੀ ਇੱਕ ਯੋਧਾ ਸੀ ਜਿਹੜਾ ਦੈਂਤ ਵਰਗਾ ਸੀ, ਬੜੇ ਉੱਚੇ ਲੰਮੇ ਕੱਦ ਦਾ, ਜਿਵੇਂ ਗਲਜੇ ਹੁੰਦੇ ਸਨ 7-7 8-8 ਫੁੱਟ ਦਾ ਲੰਮਾ ਕੱਦ, ਇੱਕ ਦੂੰਬਾ ਖਾ ਜਾਂਦੇ ਸਨ। ਇਦਾਂ ਦੇ ਗਿਲਜਿਆਂ ਵਰਗੇ ਜਿਹੜੇ ਸੂਰਮੇ ਨੇ ਮਹਾਰਾਜ ਕਹਿੰਦੇ ਦੈਂਤ ਦੇ ਵਾਂਗੂ ਮੈਦਾਨੇ ਜੰਗ ਵਿੱਚ ਆਏ। ਬਾ ਗਲਤੀ ਦਾ ਖੂਨ ਜੋ ਖੂਨ ਦੇ ਨਾਲ ਲਿਬੜਿਆ ਹੋਇਆ ਹੈ। ਜੇ ਦਹਲੀਜ਼ ਦੋਜ਼ਖ ਬਰਾਮਦ ਬਰੂਨ। ਇਸ ਤਰ੍ਹਾਂ ਜਾਣ ਲਵੋ ਕਿ ਜਿਵੇਂ ਉਹ ਜਿਹੜਾ ਦੈਂਤ ਦੋਜਕਾਂ ਦੇ ਵਿੱਚੋਂ ਨਰਕਾਂ ਦੇ ਬੂਹਿਆਂ ਦੁਆਰਾਂ ਬਾਹਰ ਨਿਕਲ ਕੇ ਆਇਆ ਹੋਵੇ। ਬਾਕੁਸ਼ਤੰਦ ਔਰਾ ਦੋ ਕਰਦੰਦ ਤਨ। ਉਸ ਲੜਕੀ ਨੇ ਇੰਨੀ ਬਹਾਦਰੀ ਵਿਖਾਈ, ਜਦੋਂ ਤੀਜਾ ਸੂਰਮਾ ਸਾਹਮਣੇ ਆਇਆ ਉਹਨੇ ਤੇਗ ਮਾਰ ਕੇ ਉਹਦੇ ਦੋ ਟੋਟੇ ਕਰ ਦਿੱਤੇ। ਜੋ ਸ਼ੇਰੇ ਇਹ ਹਮ ਜੋ ਗੋਰੇ ਕੋ ਹਨ। ਸਤਿਗੁਰੂ ਕਹਿੰਦੇ ਹਨ ਜਿਸ ਪ੍ਰਕਾਰ ਸ਼ੇਰ ਜਿਹੜਾ ਹੈ ਸ਼ੇਰ ਦੇ ਵਾਂਗੂ ਉਹਨੇ ਉਹਦਾ ਖਾਤਮਾ ਕਰ ਦਿੱਤਾ। ਹਮ ਚੂ ਗੋਰੇ ਕੋ ਹਨ। ਗੋਰੇ ਰੋਜ਼ ਨੂੰ ਵੀ ਕਹਿੰਦੇ ਨੇ, ਬੁੱਢੇ ਨੂੰ ਵੀ ਕਹਿੰਦੇ ਨੇ। ਰੋਜ਼ ਇੱਥੇ ਜਿਹੜਾ ਗੋਰੇ ਸ਼ਬਦ ਫਾਰਸੀ ਅੰਦਰ, ਤੇ ਜਿਹੜਾ ਬੁੱਢਾ ਬੈਲ ਹੋਵੇ ਜਾਂ ਬੁੱਢੀ ਗਊ ਹੋਵੇ ਉਹਨੂੰ ਵੀ ਗੋਰੇ ਕਹਿੰਦੇ ਨੇ। ਇਸ ਤਰ੍ਹਾਂ ਇਹਦੇ ਅਰਥ ਕੀਤੇ ਜਾਂਦੇ ਹਨ। ਮਹਾਰਾਜ ਕਹਿੰਦੇ ਜਿਸ ਪ੍ਰਕਾਰ ਕੋਈ ਬੁੱਢਾ ਬੈਲ ਹੋਵੇ, ਬੁੱਢੀ ਗਾਂ ਹੋਵੇ, ਜਾਂ ਇਸ ਪ੍ਰਕਾਰ ਜਿਵੇਂ ਕੋਈ ਰੋਜ਼ ਹੋਵੇ, ਉਹਦੀ ਨਿਆਈ ਮਹਾਰਾਜ ਕਹਿੰਦੇ ਉਹਨੇ ਤੇਗ ਮਾਰ ਕੇ ਉਸ ਦੈਂਤ ਦਾ ਨਾਸ਼ ਕਰ ਦਿੱਤਾ। ਜਹਾਰਮ ਦਰ ਆਮਦ ਜੋ ਸ਼ੇਰਾ ਬਜੰਗ। ਇਸ ਤਰ੍ਹਾਂ ਫਿਰ ਚੌਥਾ ਯੋਧਾ ਮੈਦਾਨੇ ਜੰਗ ਵਿੱਚ ਸ਼ੇਰ ਦੀ ਨਿਆਈ ਆਇਆ ਹੈ। ਬਰ ਬਚ ਹੈ ਗੌਰ ਗਰਦਾ ਪਲੰਗ। ਜਿਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਕਿ ਹਰਨ ਦੇ ਉੱਪਰ ਪਿਲੰਗ ਚਿਤਰਾ ਜਿਹੜਾ ਹੈ ਉਹ ਗਰਜਦਾ ਹਮਲਾ ਕਰ ਦਿੰਦਾ ਹੈ। ਚੁਨਾ ਤੇਗ ਬਰਵੈ ਬੇਜ਼ਦ ਨਾਜ਼ਨੀ। ਉਸ ਲੜਕੀ ਨੇ ਮਹਾਰਾਜ ਕਹਿੰਦੇ ਫਿਰ ਤੇਗ ਦਾ ਵਾਰ ਕੀਤਾ ਤੇ ਉਹਦਾ ਵੀ ਖਾਤਮਾ ਕਰ ਦਿੱਤਾ। ਕਿ ਅਜ਼ ਪੁਸ਼ਤ ਅਜ਼ ਪਸ਼ ਦਰ ਆਮਦ ਜ਼ਮੀਨ। ਉਹ ਘੋੜੇ ਦੀ ਪਿੱਠ ਦੇ ਉੱਪਰ ਬੈਠਾ ਸੀ, ਉਹਨੇ ਤੇਗ ਮਾਰੀ ਤੇ ਘੋੜੇ ਦੀ ਪਿੱਠ ਤੋਂ ਹੇਠਾਂ ਲਾ ਕੇ ਸੁੱਟ ਦਿੱਤਾ ਹੈ। ਕਿ ਪੰਜਮ ਦਰ ਆਮਦ ਜੋ ਦੇਵੇ ਅਜ਼ੀਮ। ਇਸ ਤਰ੍ਹਾਂ ਪੰਜਵਾਂ ਸੂਰਮਾ ਫਿਰ ਜੰਗ ਵਿੱਚ ਆਇਆ, ਜਿਵੇਂ ਕੋਈ ਵੱਡਾ ਦੈਂਤ ਹੁੰਦਾ ਹੈ। ਯਕੇ ਜ਼ਖਮ ਜ਼ਦ ਕਰਦ ਹੁਕਮੇ ਕਰੀ। ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਉਹਨੇ ਤੇਗ ਮਾਰ ਕੇ ਸਾਹਿਬ ਕਹਿੰਦੇ ਉਹਨੂੰ ਵੀ ਜ਼ਖਮੀ ਕਰ ਦਿੱਤਾ ਹੈ। ਚੁਨਾ ਤੇਗ ਬਰਵੈ ਜ਼ਦਾ ਖੂਬ ਰੰਗ। ਉਸ ਖੂਬ ਰੰਗ ਵਾਲੀ ਲੜਕੀ ਨੇ ਕੋਈ ਤੇਗ ਦੇ ਨਾਲ ਮਹਾਰਾਜ ਕਹਿੰਦੇ ਉਹਦੇ ਦੋ ਹਿੱਸੇ ਕਰ ਦਿੱਤੇ। ਜੇ ਸਰਤਾ ਕਦਮ ਆਮਦੇ ਜ਼ੇਰ ਤੰਗ। ਇਸ ਤਰ੍ਹਾਂ ਦੀ ਤੇਗ ਮਾਰੀ, ਉਹਦੇ ਸਿਰ ਤੋਂ ਤੇਗ ਚਲਾਈ ਤੇ ਜਿੱਥੇ ਘੋੜੇ ਦੀ ਪੇਟੀ ਬੰਨੀ ਹੁੰਦੀ ਹੈ ਨਾ, ਉਥੇ ਤਾਈਂ ਚੀਰ ਦਿੱਤਾ ਲਿਆ ਕੇ। ਭਾਵ ਕਿ ਉਹਨੂੰ ਵੀ ਮਾਰ ਦਿੱਤਾ ਤੇ ਘੋੜਾ ਵੀ ਕੋਈ ਵਾਰ ਦੇ ਨਾਲ ਚੀਰ ਕੇ ਉਹਨੂੰ ਪਾਰ ਬੁਲਾ ਦਿੱਤਾ ਹੈ। ਚਸ਼ਮ ਦੇਵ ਆਮਦ ਜੋ ਅਫਰੀਤ ਮਸਤ। ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਉਸ ਤੋਂ ਬਾਅਦ ਛੇਵਾਂ ਜਿਹੜਾ ਯੋਧਾ ਜੰਗ ਦੇ ਮੈਦਾਨ ਵਿੱਚ ਆਇਆ ਹੈ, ਜਿਵੇਂ ਮਸਤੀ ਦੇ ਵਿੱਚ ਪਾਤਸ਼ਾਹ ਕਹਿੰਦੇ ਤੁਰਦਾ ਆਇਆ ਹੈ। ਸੇ ਤੀਰੇ ਕਮਾ ਹਮ ਚੁ ਕਬਜ਼ਾ ਗੁਜਸਤਾ। ਜੰਗ ਵਿੱਚ ਆਇਆ ਵੀ ਇੰਨੀ ਤੇਜ਼ੀ ਦੇ ਨਾਲ ਜਿਸ ਤਰ੍ਹਾਂ ਕਮਾਨ ਦੇ ਚੱਲੇ ਵਿੱਚੋਂ ਤੀਰ ਨਿਕਲਦਾ ਨਾ ਤੇਜ਼ੀ, ਤਾਂ ਇਸੇ ਤਰ੍ਹਾਂ ਤੇਜ਼ੀ ਵਾਂਗੂ ਮਹਾਰਾਜ ਕਹਿੰਦੇ ਤੀਰ ਵਾਂਗੂ ਚੱਲ ਕੇ ਜੰਗ ਵਿੱਚ ਆਇਆ ਹੈ। ਬੇਜ਼ਦ ਤੇਗ ਔਰਾ ਕੇ ਔਨੀ ਮਸ਼ੁਦਾ। ਉਸ ਲੜਕੀ ਨੇ ਬਹਾਦਰੀ ਨਾਲ ਉਹ ਛੇਵੇਂ ਯੋਧੇ ਉੱਪਰ ਵੀ ਤੇਗ ਦਾ ਵਾਰ ਕੀਤਾ। ਉਹ ਨੀਮ ਸ਼ੁੱਧ ਉਹਨੂੰ ਵੀ ਅੱਧੋ ਅੱਧ ਕਰ ਦਿੱਤਾ ਹੈ। ਕਿ ਦੀਗਰ ਜ਼ਲਾਰਾ ਅਜ਼ੋਬੀ ਮਸ਼ੁਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਦੂਜੇ ਯੋਧੇ ਸਨ ਉਹਨਾਂ ਦੇ ਹਿਰਦੇ ਵਿੱਚ ਭੈ ਪੈਦਾ ਹੋ ਗਿਆ ਉਸ ਲੜਕੀ ਤੋਂ ਵੀ ਇਹੋ ਜਿਹਾ ਯੋਧਾ, ਇਹੋ ਜਿਹਾ ਇਹ ਸੂਰਮਾ ਹੈ ਜਿਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਸੁਨੀਤਾ ਬਾ ਮਿਕਦਾਰ ਅਫਤਾਦ ਮਰਦਾ। ਇਸ ਤਰ੍ਹਾਂ ਜੰਗ ਕਰਦਿਆਂ ਸਤਿਗੁਰੂ ਕਹਿੰਦੇ ਉਹਨੇ 70 ਯੋਧੇ ਜਿਹੜੇ ਸਨ ਵਾਰੀ-ਵਾਰੀ ਕਰਕੇ ਝਟਕਾ ਦਿੱਤੇ। ਹਿੰਦੁਸਤਾਨ ਦਾ ਕੋਈ ਵੀ ਗ੍ਰੰਥ ਕਿਸੇ ਔਰਤ ਦੀ ਇੰਨੀ ਵਡਿਆਈ ਨਹੀਂ ਕਰਦਾ ਜਿੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਔਰਤ ਦੀ ਬਹਾਦਰੀ ਦੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਵਡਿਆਈ ਕਰਦੇ ਨੇ ਉੱਥੇ ਇੱਕ ਮਾਣ ਅਦਬ ਸਤਕਾਰ ਦਿੰਦੇ ਜਿਨ੍ਹਾਂ ਨੂੰ ਸਮਾਜ ਨੇ ਕੁਚਲਿਆ, ਧਰਮ ਸ਼ਾਸਤਰਾਂ ਨੇ ਵੀ ਬੁਰਾ ਭਲਾ ਆਖਿਆ। ਮਹਾਰਾਜ ਕਲਗੀਧਰ ਜੀ ਨੇ ਉਸ ਭਰਮ ਨੂੰ ਤੋੜਦਿਆਂ ਹੋਇਆ
ਆਪਣੀ ਪਾਵਨ ਬਾਣੀ ਵਿੱਚ ਇਹਨਾਂ ਯੋਧਿਆਂ ਦੀ ਬਹਾਦਰੀ ਨੂੰ ਲਿਖਿਆ ਹੈ। ਜ਼ਿਆਦਾਤਰ ਤੁਹਾਨੂੰ ਗ੍ਰੰਥ ਉਹੀ ਮਿਲਣਗੇ ਜਿਨ੍ਹਾਂ ਵਿੱਚ ਕੇਵਲ ਬੰਦਿਆਂ ਦੀ ਬਹਾਦਰੀ ਦਾ ਜ਼ਿਕਰ ਹੋਵੇਗਾ, ਪਰ ਨਾਲ ਨਾਲ ਇੱਕ ਹੋਰ ਚੀਜ਼ ਯਾਦ ਰੱਖੀਏ, ਗੁਰੂ ਕਲਗੀਧਰ ਜੀ ਜਦੋਂ ਦੇਵੀ ਦੀ ਉਸਤਤ ਕਰਦੇ ਨੇ, ਉਹ ਜੋ ਪ੍ਰਮਾਤਮਾ ਦੀ ਸ਼ਕਤੀ ਹੈ, ਜੋ ਕੁਦਰਤ ਹੈ, ਉਹਨੂੰ ਇਸਤਰੀ ਰੂਪ ਦੇ ਵਿੱਚ ਬਿਆਨ ਕਰਦੇ ਨੇ। ਜਿੱਥੇ ਉਹ ਅਕਾਲ ਪੁਰਖ ਨਿਰਗੁਣ ਸਰੂਪ ਹੈ, ਉਹਦੀ ਸ਼ਕਤੀ ਜਿਹੜੀ ਉਹ ਸਰਗੁਣ ਰੂਪ ਕੁਦਰਤ ਦੇ ਰੂਪ ਵਿੱਚ ਵਰਤਦੀ ਹੈ, ਉਹਨੂੰ ਮਹਾਰਾਜ ਨੇ ਇਸ ਤਰ੍ਹਾਂ ਕੁਦਰਤ ਦੇ ਰੂਪ ਅੰਦਰ, ਦੇਵੀ ਦੇ ਰੂਪ ਦੇ ਅੰਦਰ ਬਿਆਨ ਕੀਤਾ। ਔਰ ਅਕਸਰ ਸਮਾਜ ਅੰਦਰ ਦੇਵੀ ਨੂੰ ਪੂਜਣ ਵਾਲੇ ਲੋਕ ਦੇਵੀ ਨੂੰ ਹੀ ਬੁਰਾ ਕਹਿੰਦੇ ਨੇ, ਬੁਰਾ ਭਲਾ ਬੋਲਦੇ ਨੇ। ਐਸਾ ਅੱਜ ਦੇ ਸਮਾਜ ਦੇ ਅੰਦਰ ਚੱਲਦਾ ਹੈ। ਤੋ ਇੱਕ ਪਾਸੇ ਦੇਵੀ ਨੂੰ ਪੂਜਣ ਵਾਲਾ ਮਨੁੱਖ, ਤੇ ਜਦੋਂ ਇੰਨੀ ਗੱਲ ਆਖੇ ਵੀ ਪਸ਼ੂ ਢੋਰ ਗਵਾਰ, ਤੁਲਸੀ ਉਹਨਾਂ ਨੇ ਆਖਿਆ ਵੀ ਸੀਗਾ ਵੀ ਇਹ ਪਸ਼ੂ ਦੀ ਨਿਆਈ ਢੋਰ ਗਵਾਰ ਦੀ ਨਿਆਈ ਹੈ, ਪੈਰ ਦੀ ਜੁੱਤੀ ਤਾਈਂ ਉਹਨਾਂ ਨੇ ਆਖ ਦਿੱਤਾ। ਇੱਥੋਂ ਤਾਈਂ ਸ਼ਬਦਾਵਲੀ ਵਰਤੀ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦੀ ਬਹਾਦਰੀ ਨੂੰ ਜਗਤ ਅੰਦਰ ਪ੍ਰਗਟ ਕੀਤਾ ਹੈ ਕਿ ਇੱਕ ਔਰਤ ਵੀ ਬਹਾਦਰ ਹੋ ਸਕਦੀ ਹੈ, ਜੰਗ ਕਰ ਸਕਦੀ ਹੈ, ਆਪਣੇ ਅੰਦਰ ਦੀ ਜਿਹੜੀ ਤਾਕਤ ਉਹਨੂੰ ਪ੍ਰਗਟ ਕਰਕੇ ਉਹ ਲੱਖਾਂ ਦੇ ਨਾਲ ਲੜ ਵੀ ਸਕਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਇੱਥੇ ਫਰਮਾਨ ਕਰਦੇ ਨੇ ਕਿ ਚੁਣੀ ਤਾ ਬਾ ਮਿਕਦਾਰ ਹਫਤਾਦ ਮਰਦ। ਉਸ ਬਹਾਦਰ ਯੋਧੇ ਨੇ, ਯਾਨੀ ਉਸ ਲੜਕੀ ਨੇ 70 ਯੋਧਿਆਂ ਦਾ ਉੱਥੇ ਖਾਤਮਾ ਕੀਤਾ ਆਪਣੀ ਤਲਵਾਰ ਦੇ ਨਾਲ। ਬਾਤੇ ਗੰਦਰ ਆਵੇ ਖਤ ਖਾਸਜ ਨ ਬਰਦ। ਜਿਹੜਾ ਵੀ ਉਹਦੇ ਸਾਹਮਣੇ ਆ ਗਿਆ ਉਹਨੇ ਤੇਗ ਮਾਰ ਕੇ ਉਹਦਾ ਨਾਸ਼ ਕਰ ਦਿੱਤਾ, ਤੇਗ ਤੇ ਉਹਨੂੰ ਲਟਕਾ ਦਿੱਤਾ ਹੈ। ਦੇਗਰ ਕਸਨੇ ਆਮਤ ਮੰਗਨਾਏ ਜੰਗ। ਉਸ ਲੜਕੀ ਨੂੰ ਜੰਗ ਕਰਦਿਆਂ ਵੇਖ ਕੇ ਜਿਹੜੇ ਦੂਜੇ ਯੋਧੇ ਸਨ, ਉਹਨਾਂ ਦੇ ਮਨ ਵਿੱਚੋਂ ਜੰਗ ਕਰਨ ਦੀ ਤਮੰਨਾ ਹੀ ਖਤਮ ਹੋ ਗਈ ਹੈ। ਇਹ ਬੇਰੂ ਨੇ ਆਮਤ ਦਿਲਾਵਰ ਨੇ ਹੰਗ। ਜਿੰਨੇ ਵੀ ਮਗਰਮੱਛ ਵਰਗੇ ਦਲੇਰ ਯੋਧੇ ਸਨ, ਉਹ ਜੰਗ ਦੇ ਵਿੱਚ ਮੁੜ ਕੇ ਨਹੀਂ ਆਏ। ਬਾਹਰ ਆਮਦ ਸ਼ਾਹੇ ਮਾਇੰਦਰਾ। ਜਦੋਂ ਮਾਇੰਦਰਾ ਦੇ ਰਾਜੇ ਨੇ ਵੇਖਿਆ ਕਿ ਮੇਰੀਆਂ ਫੌਜਾਂ ਜੰਗ ਵਿੱਚ ਟਿਕ ਨਹੀਂ ਸਕੀਆਂ, ਵੱਡੇ ਵੱਡੇ ਬਲਵਾਨ ਯੋਧੇ ਮਾਰੇ ਗਏ, ਤੇ ਉਦੋਂ ਮਾਇੰਦਰਾ ਦਾ ਜਿਹੜਾ ਰਾਜਾ ਸੀਗਾ ਉਹ ਆਪ ਜੰਗ ਦੇ ਵਿੱਚ ਆਇਆ ਹੈ। ਬਾਤਾ ਬਸ਼ਤ ਬੀਦਨ ਦਿਲੇ ਮੁਰਦਮਾ। ਉਹਦੇ ਆਉਣ ਦੇ ਨਾਲ ਜਿਹੜੇ ਯੋਧੇ ਸਨ, ਉਹਨਾਂ ਦੇ ਹਿਰਦੇ ਅੰਦਰ ਤਪਸ਼ ਪੈਦਾ ਹੋ ਗਈ, ਭਾਵ ਕਿ ਉਹ ਜੋਸ਼ ਦੇ ਵਿੱਚ ਆ ਗਏ ਹਨ। ਅਬਰਸ਼ ਤੱਕ ਅੰਦਾਖਤ ਦੌਰੇ ਯਲਾ। ਸੂਰਬੀਰ ਯੋਧੇ ਮੈਦਾਨੇ ਜੰਗ ਦੇ ਅੰਦਰ ਉੱਥੇ ਛਾਲਾਂ ਮਾਰਨ ਲੱਗੇ ਹਨ। ਬਾਰਕਸ਼ੰਦਰ ਆਮਦ ਜਹੇ ਆਸਮਾ। ਉਹਨਾਂ ਯੋਧਿਆਂ ਦੇ ਛਾਲਾਂ ਮਾਰਨ ਦੇ ਨਾਲ ਇਸ ਤਰ੍ਹਾਂ ਜਾਣੋ ਜਿਵੇਂ ਧਰਤੀ ਤੇ ਆਕਾਸ਼ ਦੋਨੇ ਘੁੰਮਣ ਲੱਗ ਪਏ ਹਨ। ਬਤਾਬਸ਼ਦਰ ਆਮਦ ਜ਼ਮੀਨੋ ਜ਼ਮਨ। ਧਰਤੀ ਔਰ ਆਕਾਸ਼ ਦੇ ਵਿੱਚ ਹਰ ਪਾਸੇ ਤਪਸ਼ੀ ਤਪਸ਼ ਪੈਦਾ ਹੋ ਗਈ, ਜ਼ਮੀਨ ਤੇ ਧਰਤੀ ਉਦੋਂ ਚਮਕਣ ਲੱਗ ਪਈ ਹੈ। ਦਰਖਸ਼ਾਂ ਸ਼ੁਦੇ ਤੇਗ ਹਿੰਦੀ ਜ਼ਮਨ। ਜਦੋਂ ਮੈਦਾਨੇ ਜੰਗ ਦੇ ਅੰਦਰ ਹਿੰਦੁਸਤਾਨ ਤੇ ਯਮਨ ਦੀਆਂ ਬਣੀਆਂ ਤੇਗਾਂ ਚਮਕਣ ਲੱਗ ਪਈਆਂ ਹਨ। ਚਲਾ ਚਲਦਰ ਆਮਦ ਕਮਾਨੋ ਕਮੰਦ। ਕਮਾਨਾਂ ਚਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸੜਾਕੇ ਮਾਰਦੇ ਹੋਏ ਤੀਰ ਨਿਕਲਦੇ ਨੇ, ਤੇ ਕਮੰਦ ਫਾਈਆਂ ਨੂੰ ਕਹਿੰਦੇ ਨੇ, ਜਿਹੜੀ ਫਾਈ ਹੁੰਦੀ ਗਲ 'ਚ ਪਾ ਕੇ ਮਾਰਦੇ। ਉਹ ਕਮੰਦ ਜਿਹੜੇ ਨੇ ਉਹ ਲੈ ਕੇ ਯੋਧਿਆਂ ਦੇ ਗਲ ਵਿੱਚ ਪਾ ਕੇ ਉਹਨਾਂ ਦਾ ਖਾਤਮਾ ਕਰਦੇ ਹਨ। ਆਇਆ ਹੈ ਦਰਿਆਮਤ ਬਾ ਗੁਰਜ਼ੋ ਗਜ਼ੰਦ। ਵੱਡੀਆਂ ਭਾਰੀਆਂ ਜਿਹੜੀਆਂ ਗੁਰਜਾਂ ਜਦੋਂ ਦੂਜੇ ਦੇ ਸਿਰ ਦੇ ਉੱਪਰ ਮਾਰਦੇ ਨੇ, ਤੇ ਉਹ ਗੁਰਜਾਂ ਦੀ ਮਾਰ ਖਾ ਕੇ, ਸੱਟ ਖਾ ਕੇ ਯੋਧੇ ਹਾਏ ਹਾਏ ਦੀਆਂ ਪੁਕਾਰਾਂ ਕਰਦੇ ਹਨ। ਚਕਾ ਚਾਕ ਬਰਖਾਸਤ ਤੀਰੋ ਤੁਫੰਗ। ਤੀਰ ਹਨ, ਤੁਫੰਗ ਬੰਦੂਕਾਂ ਹਨ, ਜਿਨ੍ਹਾਂ ਵਿੱਚੋਂ ਗੋਲੀਆਂ ਨਿਕਲਦੀਆਂ ਨੇ, ਜਿਨ੍ਹਾਂ ਦੇ ਚੱਲਣ ਨਾਲ ਕਾੜ ਕਾੜ ਦੀ ਆਵਾਜ਼ ਆਉਂਦੀ ਹੈ। ਜ਼ਮੀ ਲਾਲ ਸ਼ੁਦ ਚੂੰ ਗੁਲੇ ਲਾਲ ਰੰਗ। ਯੋਧਿਆਂ ਦਾ ਲਹੂ ਧਰਤੀ ਦੇ ਉੱਪਰ ਚਾਰ ਚੁਫੇਰੇ ਫੈਲ ਗਿਆ, ਤੇ ਧਰਤੀ ਲਾਲ ਰੰਗ ਦੀ ਹੋ ਗਈ, ਜਿਵੇਂ ਗੁੱਲ ਦਾ ਸੁਰਖ ਰੰਗ ਦਾ ਫੁੱਲ ਹੁੰਦਾ, ਇਦਾਂ ਧਰਤੀ ਲਾਲ ਰੰਗ ਦੀ ਹੋ ਗਈ ਹੈ। ਹਾਹੂ ਦਰ ਆਮਦ ਬਾ ਪਹਿਨੰਦਰੂ। ਮੈਦਾਨੇ ਜੰਗ ਦੇ ਅੰਦਰ ਹਰ ਪਾਸੇ ਹਾਹਾਹੂ ਮਚ ਗਈ ਹੈ। ਦਿਹਾ ਦੇ ਸ਼ੁਦੇ ਖੰਜਰੇ ਖਾਰ ਖੂਨ। ਜਿਹੜੇ ਖੂਨੀ ਖੰਜਰ ਹਨ, ਪਾਤਸ਼ਾਹ ਕਹਿੰਦੇ ਜਦੋਂ ਯੋਧਿਆਂ ਨੇ ਖਾਦੇ ਨੇ,
ਤੇ ਉਥੇ ਯੋਧੇ ਜਿਹੜੇ ਉਹ ਸ਼ਸਤਰਾਂ ਦਾ ਫੱਟ ਖਾ ਕੇ ਬਿਲਕਣ ਲੱਗੇ ਹਨ। ਬਰਖਸ਼ੰਦਰ ਆਮਦ ਯਕੇਤਾ ਬਰੰ। ਉਦੋਂ ਮੈਦਾਨੇ ਜੰਗ ਦੇ ਅੰਦਰ ਸਤਿਗੁਰੂ ਕਹਿੰਦੇ ਚਮਕ ਆ ਗਈ ਹੈ। ਬਰਖਸ਼ੰਦਰ ਆਮਦ ਦੋ ਚਾਲਾਕ ਜੰਗ। ਜਦੋਂ ਦੋ ਚਾਲਾਕ ਯੋਧੇ ਮੈਦਾਨੇ ਜੰਗ ਵਿੱਚ ਆ ਗਏ, ਭਾਵ ਇਧਰੋਂ ਉਹ ਜਿਹੜੀ ਵਜ਼ੀਰ ਦੀ ਲੜਕੀ, ਉਧਰੋਂ ਮਯੰਦਰਾ ਦਾ ਬਾਦਸ਼ਾਹ, ਜਦੋਂ ਦੋਨੇ ਜਾਣੇ ਜੰਗ ਦੇ ਵਿੱਚ ਆ ਗਏ ਤੇ ਚਮਕ ਪੈਦਾ ਹੋ ਗਈ, ਯੋਧੇ ਜੋਸ਼ ਦੇ ਵਿੱਚ ਆ ਗਏ ਹਨ। ਸੁਭਾਵਕ ਹੈ ਵੀ ਜਦੋਂ ਫੌਜਾਂ ਦੇ ਕਮਾਂਡਰ ਆਪ ਆ ਕੇ ਲੜਨ ਲੱਗ ਪੈਣ ਤੇ ਫੌਜਾਂ ਦੇ ਅੰਦਰ ਸਾਹਸ ਪੈਦਾ ਹੋ ਜਾਂਦਾ ਹੈ। ਇਸ ਤਰ੍ਹਾਂ ਜੰਗ ਵਿੱਚ ਚਮਕ ਪੈਦਾ ਹੋ ਗਈ ਹੈ। ਸ਼ੋਰਸ਼ਦਰ ਆਮਦ ਸਰਾਫੀਲ ਸੂ। ਜੰਗ ਦੇ ਵਿੱਚ ਆਉਂਦਿਆਂ ਸਾਰੀ ਮਹਾਰਾਜ ਕਹਿੰਦੇ ਬੜਾ ਸ਼ੋਰ ਮਚ ਗਿਆ ਯੋਧਿਆਂ ਦਾ। ਇਸ ਤਰ੍ਹਾਂ ਜਾਣੋ ਕਿ ਜਿਵੇਂ ਸਰਾਫੀਲ ਨੇ ਆਪਣੀ ਤੁਰਰੀ ਵਜਾ ਦਿੱਤੀ ਹੋਵੇ। ਇਹਦਾ ਜ਼ਿਕਰ ਪਹਿਲਾਂ ਵੀ ਆਇਆ ਸੀਗਾ। ਜਿਹੜੇ 4 ਫਰਿਸ਼ਤੇ ਨੇ ਉਹਨਾਂ ਵਿੱਚੋਂ ਇੱਕ ਸਰਾਫੀਲ ਫਰਿਸ਼ਤਾ ਮੰਨਿਆ ਜਾਂਦਾ ਹੈ, ਜਿਹੜਾ ਕਿਆਮਤ ਦਾ ਫਰਿਸ਼ਤਾ, ਜਦੋਂ ਕਿਆਮਤ ਵੇਲੇ ਉਹ ਤੁਰਰੀ ਵਜਾਉਂਦਾ ਜੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਾਣੋ ਕਿ ਜਿਵੇਂ ਸਰਾਫੀਲ ਨੇ ਆਪਣੀ ਤੁਰੀ ਵਜਾ ਦਿੱਤੀ ਹੋਵੇ। ਬਰਖਸ਼ੰਦਰ ਆਮਦ ਤਨੇ ਖਾਸ਼ਹੂ। ਇਸ ਤਰ੍ਹਾਂ ਜਿਹੜੀਆਂ ਹੂਰਾਂ ਹਨ ਉਹ ਵੀ ਆ ਕੇ ਮੈਦਾਨੇ ਜੰਗ ਵਿੱਚ ਫਿਰਨ ਲੱਗੀਆਂ। ਬਸ਼ੋਰਸ਼ਦਰ ਆਮਦ ਜ਼ੇ ਤਨਦਰ ਖਰੋਸ਼। ਸਤਿਗੁਰੂ ਕਹਿੰਦੇ ਜੋਸ਼ ਦੇ ਵਿੱਚ ਆਏ ਹੋਏ ਜਿਹੜੇ ਸੂਰਮੇ ਨੇ ਮੈਦਾਨੇ ਜੰਗ ਦੇ ਵਿੱਚ ਆ ਕੇ ਜੂਝਣ ਲੱਗੇ ਹਨ। ਬਾਜੂਏ ਮਰਦਾਂ ਬਰਾਵਰਦ ਜੋਸ਼। ਮੈਦਾਨੇ ਜੰਗ ਦਾ ਖਰੋਸ਼ ਰੌਲਾ ਸੁਣ ਕਰਕੇ ਜਿਹੜੇ ਯੋਧੇ ਸਨ ਉਹਨਾਂ ਦੀਆਂ ਬਾਹਾਂ ਦੇ ਅੰਦਰ ਜੋਸ਼ ਆ ਗਿਆ, ਅੰਦਰ ਦਾ ਲਹੂ ਉਛਾਲੇ ਮਾਰਨ ਲੱਗ ਪਿਆ ਹੈ। ਯਕੇ ਫਰਸ਼ ਆਰਾਸਤ ਸੁਰਖ ਅਤਸਲ ਅਤਲ ਸੇ। ਜੰਗ ਕਰਦਿਆਂ ਧਰਤੀ ਲਾਲ ਰੰਗ ਦੀ ਹੋ ਗਈ, ਜਿਵੇਂ ਮਾਨੋ ਕਿ ਚਮਕਦੀ ਹੋਈ ਲਾਲ ਰੰਗ ਦੀ ਫਰਸ਼ ਧਰਤੀ ਤੇ ਵਿਛਾਈ ਹੋਵੇ। ਮਾਨੋ ਜਿਵੇਂ ਲਾਲ ਰੰਗ ਦੇ ਗਲੀਚੇ ਧਰਤੀ ਤੇ ਵਿਛਾਏ ਹੋਣ, ਇਸ ਤਰ੍ਹਾਂ ਧਰਤੀ ਲਾਲ ਰੰਗ ਦੀ ਹੋ ਗਈ ਹੈ। ਬੁਖਾਦਨ ਚੂ ਮਕਤਬ ਜ਼ੁਬਾ ਪਹਿਲੂਏ। ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਉੱਥੇ ਇਹੋ ਜਿਹਾ ਭਿਅੰਕਰ ਜੰਗ ਹੋਇਆ ਜਿਸ ਨੂੰ ਰਸਨਾ ਦੇ ਨਾਲ, ਜ਼ਬਾਨ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਉੱਥੇ ਜਿਹੜੇ ਯੋਧੇ ਮੈਦਾਨੇ ਜੰਗ ਵਿੱਚ ਲੇਟੇ ਹਾਏ ਹਾਏ ਦੀਆਂ ਪੁਕਾਰਾਂ ਕਰਦੇ, ਦੂਜੇ ਜਿਹੜੇ ਮੈਦਾਨੇ ਜੰਗ ਵਿੱਚ ਜੂਝਦੇ ਮਾਰ-ਮਾਰ ਦੀਆਂ ਪੁਕਾਰਾਂ ਕਰਦੇ। ਇਸ ਤਰ੍ਹਾਂ ਜਾਣੋ ਬੁਖਾਦਨ ਚੋ ਮਕਤਬ ਜ਼ੁਬਾਂ ਪਹਿਲੂਏ। ਇੱਕ ਪਹਿਲਵੀ ਭਾਸ਼ਾ ਹੈ, ਜ਼ੁਬਾਨ ਹੈ, ਇਹਨੂੰ ਪਹਿਲਵੀ ਕਹਿੰਦੇ ਨੇ ਜ਼ੁਬਾਨ ਨੂੰ, ਜਿਹੜੀ ਬੋਲੀ ਜਾਂਦੀ ਹੈ। ਤੋ ਮਹਾਰਾਜ ਕਹਿੰਦੇ ਜਿਵੇਂ ਮਦਰਸੇ ਵਿੱਚ ਬਹਿ ਕੇ ਬੱਚੇ ਪਹਿਲਵੀ ਨਾਮ ਦੀ ਭਾਸ਼ਾ ਬੋਲਦੇ ਨੇ, ਇਸੇ ਤਰ੍ਹਾਂ ਉਹ ਜਿਹੜੇ ਯੋਧੇ ਮਾਨੋ ਜੈਸੇ ਮੈਦਾਨੇ ਜੰਗ ਰੂਪੀ ਮਦਰਸੇ ਅੰਦਰ ਜਿਹੜੀਆਂ ਪੁਕਾਰਾਂ ਕਰ ਰਹੇ ਨੇ, ਰੌਲਾ ਪਾ ਰਹੇ ਨੇ, ਮੰਨ ਲਓ ਕਿ ਉਹ ਭਾਸ਼ਾ ਹੀ ਬੋਲ ਰਹੇ ਹਨ। ਮਰਦਮ ਚੁਨਾ ਕੁਸ਼ਤ ਸ਼ੁਧ ਕਾਰਜ਼ਾਰ। ਇਸ ਪ੍ਰਕਾਰ ਮੈਦਾਨੇ ਜੰਗ ਦੇ ਅੰਦਰ ਸੂਰਬੀਰ ਯੋਧਿਆਂ ਨੇ ਦੁਸ਼ਟਾਂ ਦਾ ਘਾਤ ਕੀਤਾ ਹੈ। ਜ਼ੁਬਾਦਰ ਗੁਜ਼ਾਰਮ ਨਿਆਇਤ ਸ਼ੁਮਾਰ। ਇੰਨੇ ਕੁ ਯੋਧੇ ਉੱਥੇ ਮਾਰੇ ਗਏ। ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਜ਼ੁਬਾਨ ਦੇ ਨਾਲ ਬਿਆਨ, ਜਿਨ੍ਹਾਂ ਦਾ ਜ਼ੁਬਾਨ ਦੁਆਰਾ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ। ਗੁਰੇਜ਼ਾ ਸ਼ਬਦ ਸ਼ਾਹੇ ਮਾਇੰਦਰਾ। ਇਸ ਤਰ੍ਹਾਂ ਜਿਹੜਾ ਮਯੰਦਰਾ ਦਾ ਰਾਜਾ ਸੀ, ਉਹਨੇ ਵੇਖਿਆ ਵੀ ਫੌਜ ਮਾਰੀ ਗਈ, ਉਹ ਮੈਦਾਨੇ ਜੰਗ ਵਿੱਚੋਂ ਨਸ ਗਿਆ। ਬਕੁਸ਼ਤੰਦ ਲਸ਼ਕਰ ਗਿਰਾ ਦਾ ਗਿਰਾ। ਉਹਦਾ ਬਹੁਤ ਸਾਰਾ ਜਿਹੜਾ ਲਸ਼ਕਰ ਸੀ, ਉਹਦੀ ਫੌਜ ਸੀ, ਜੰਗ ਵਿੱਚ ਮਾਰੀ ਗਈ। ਕੇ ਪੁਸਤਸ਼ਬੇ ਅਫਤਾਦ ਦੁਖਤਰ ਵਜ਼ੀਰ। ਵਜ਼ੀਰ ਦੀ ਲੜਕੀ ਨੇ ਵੇਖਿਆ ਕਿ ਇਹ ਭੱਜ ਚੱਲਿਆ ਜੰਗ ਵਿੱਚੋਂ, ਉਹਨੇ ਆਪਣਾ ਘੋੜਾ ਰਾਜੇ ਪਿੱਛੇ ਦੌੜਾ ਲਿਆ ਹੈ। ਬੇਬਸਤੰਦ ਔਰਾ ਕੇ ਕਰਦੰਦ ਅਸ਼ੀਰ। ਅਖੀਰ ਜਾ ਕੇ ਉਹਨੇ ਬਾਦਸ਼ਾਹ ਨੂੰ ਪਕੜ ਲਿਆ, ਪਕੜ ਕੇ ਉਹਨੂੰ ਬੰਨ ਲਿਆ ਤੇ ਬੰਨ ਕੇ ਕੈਦ ਵਿੱਚ ਪਾ ਲਿਆ ਹੈ। ਬਨਿਸਦੇ ਬਿਆਵਰਦ ਜੋ ਸ਼ਾਹ ਖੇ। ਸਤਿਗੁਰੂ ਕਹਿੰਦੇ ਉਹਦਾ ਜਿਹੜਾ ਪੁੱਤਰ ਸੀ ਨਾ ਬਾਦਸ਼ਾਹ ਦਾ, ਉਹਦੇ ਸਾਹਮਣੇ ਲਿਆਈ, ਜਿਹੜਾ ਹਬਸ ਦੇਸ਼ ਦਾ ਵਜ਼ੀਰ ਬਣ ਗਿਆ ਸੀ, ਉਹਦੇ ਸਾਹਮਣੇ ਲਿਆ ਕਰਕੇ ਉਹ ਆਖਣ ਲੱਗੀ ਹੈ ਬੇਗੁਫਤਾ ਕੇ ਏ ਸ਼ਾਹ ਸ਼ਾਹਾਨ ਵੇਸ਼। ਆਖਣ ਲੱਗੀ ਕਿ ਹੇ ਸ਼ਾਹਾਨ ਸ਼ਾਹਵੇਸ਼, ਰਾਜਿਆਂ ਦੇ ਰਾਜੇ ਸੁਣਨਾ ਕਰ। ਬਗੋਇਤ ਕੇ ਈ ਸ਼ਾਹ ਮਾਇੰਦਰਾ। ਇਹ ਜਿਹੜਾ ਮਯੰਦਰਾ ਦਾ ਬਾਦਸ਼ਾਹ ਹੈ, ਤੇਰਾ ਪਿਤਾ ਹੈ, ਜਿਸ ਨੇ
ਸਾਨੂੰ ਨੌਜਵਾਨੀ ਭਰ ਜਵਾਨੀ ਦੀ ਉਮਰ ਵਿੱਚ ਮਰਨ ਵਾਸਤੇ ਬੇੜੀਆਂ ਵਿੱਚ ਪਾ ਕੇ ਰੋੜ ਦਿੱਤਾ ਸੀ। ਬੇਬਸਤੈ ਬਿਆਵੁਰਦ ਨਿਸਦੇਸ਼ੁਮਾ। ਤੇ ਤੂੰ ਹੁਣ ਦੱਸ ਕਿ ਇਹਨਾਂ ਦਾ ਕੀ ਕੀਤਾ ਜਾਵੇ। ਇਹਨਾਂ ਨੂੰ ਮੈਂ ਗ੍ਰਿਫਤਾਰ ਕਰਕੇ ਇਸ ਜਗ੍ਹਾ ਤੇ ਲੈ ਕੇ ਆਈ ਹਾਂ। ਅਗਰ ਤੋ ਬੇਗੋਈ ਬਾਜ਼ਾਈ ਬੋਰਮ। ਅਗਰ ਤੂੰ ਆਖੇ ਤੇ ਮੈਂ ਇਹਦੀ ਜਾਨ ਲੈ ਲਵਾਂ, ਭਾਵ ਇਹਨੂੰ ਮਾਰ ਦਿਆਂ, ਇਹਨੂੰ ਨਸ਼ਟ ਕਰ ਦਿਆਂ। ਵਗਰ ਤੋ ਬੇਗੋਈ ਬਾਜ਼ਿੰਦਾ ਦੇਹਮ। ਜੇ ਤੂੰ ਆਖੇ ਇਹਨੂੰ ਮੈਂ ਫਿਰ ਜਾ ਕੇ ਜੇਲ੍ਹ ਖਾਨੇ ਵਿੱਚ ਸੁੱਟ ਦਿਆਂ, ਤੇਰੀ ਮਰਜ਼ੀ ਹੈ। ਤੂੰ ਦੱਸ ਇਹਨੂੰ ਮਾਰ ਦਿਆਂ, ਇਹਦੀ ਜਿੰਦ ਕੱਢ ਲਵਾਂ, ਜਾਂ ਫਿਰ ਇਹਨੂੰ ਜਾ ਕੇ ਮੈਂ ਕੈਦ ਵਿੱਚ ਜੇਲ੍ਹ ਵਿੱਚ ਸੁੱਟ ਦਿਆਂ। ਜ਼ਿੰਦਾ ਸੁਪਰਦੰਦ ਔਰਾ ਅਜ਼ੀਮ। ਉਹਨੂੰ ਦਇਆ ਆ ਗਈ ਕਿ ਮੇਰਾ ਪਿਤਾ ਹੈ, ਚਲੋ ਮਾਰਨਾ ਕਾਹਨੂੰ ਹੈ। ਉਹਨੇ ਆਖਿਆ ਕਿ ਇਹਨੂੰ ਕੈਦ ਵਿੱਚ ਸੁੱਟ ਦਿੱਤਾ ਜਾਏ। ਇਸ ਤਰ੍ਹਾਂ ਮਯੰਦਰਾ ਦਾ ਜਿਹੜਾ ਰਾਜਾ ਸੀ ਉਹਨੂੰ ਕੈਦ ਵਿੱਚ ਸੁੱਟ ਦਿੱਤਾ ਗਿਆ ਹੈ। ਤਾਨਤ ਅਜ਼ੋਤਾਜ ਸ਼ਾਹੀ ਕਲੀਮ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਵੇਖੋ ਅਕਾਲ ਪੁਰਖ ਦੀ ਰਹਿਮਤ, ਉਹਦੀ ਬਖਸ਼ਿਸ਼। ਜਿਹੜਾ ਰਾਜ ਮਯੰਦਰਾ ਦੇ ਰਾਜੇ ਕੋਲ ਸੀ ਨਾ, ਉਹਦਾ ਰਾਜ ਭਾਗ, ਉਹਦਾ ਤਾਜ, ਸਾਰਾ ਕੁਝ ਇਹਨਾਂ ਨੇ ਆਪਣੇ ਅਧੀਨ ਕਰ ਲਿਆ ਹੈ। ਸ਼ਹਿਨਸ਼ਾਹਗੀ ਆਫਤ ਹੁਕਮੇ ਰਜ਼ਾ। ਜੋ ਸਾਰਿਆਂ ਨੂੰ ਰੋਜੀ ਬਖਸ਼ਿਸ਼ ਕਰਦਾ ਹੈ, ਉਸ ਦਾਤੇ ਦਾ ਕਹਿੰਦੇ ਹੁਕਮ ਇਦਾਂ ਦਾ ਹੋਇਆ ਕਿ ਇਹਨਾਂ ਨੂੰ ਸ਼ਹਿਨਸ਼ਾਹੀ ਦੀ ਪ੍ਰਾਪਤੀ ਹੋ ਗਈ ਹੈ। ਕਸੇ ਦੁਸ਼ਮਨਾਰਾ ਕੁਨਦ ਚਾਕ ਚਾਕ। ਜਿਹੜੇ ਦੁਸ਼ਮਣ ਸਨ ਉਹਨਾਂ ਨੂੰ ਮਾਰ ਕੇ ਇਹਨਾਂ ਨੇ ਦੁਸ਼ਮਣਾਂ ਨੂੰ ਟੋਟੇ ਟੋਟੇ ਕਰ ਦਿੱਤਾ ਹੈ। ਸੁਨਾ ਕਰਦ ਸ਼ੁਧ ਕਸ਼ਦ ਮਿਹਨਤ ਕਸੇ। ਗੁਰੂ ਕਲਗੀਧਰ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਆਪਣੇ ਜੀਵਨ ਦੇ ਅੰਦਰ ਕਿਸੇ ਦੇ ਹਮਲੇ ਨੂੰ ਸਹਾਰ ਲੈਂਦਾ ਹੈ, ਦੂਜੇ ਦੀ ਵਧੀਕੀ ਨੂੰ ਸਹਾਰ ਲੈਂਦਾ ਹੈ, ਤੇ ਉਸ ਪ੍ਰਭੂ ਦੇ ਭਾਣੇ ਦੇ ਵਿੱਚ ਰਹਿੰਦਾ, ਉਸ ਦੁੱਖ ਵਾਲੇ ਜਦੋਂ ਸਮੇਂ ਨੂੰ ਕੱਟ ਲੈਂਦਾ ਹੈ। ਇਹ ਰਹਿਮਤ ਬਾ ਬਖਸ਼ੀਦ ਜ਼ੋ ਰਹਿਮਤੇ। ਉਹ ਰਹਿਮਤ ਕਰਨ ਵਾਲਾ ਅਕਾਲ ਪੁਰਖ ਫਿਰ ਉਹਨਾਂ ਤੇ ਰਹਿਮਤਾਂ ਕਰਕੇ ਉਹਨਾਂ ਨੂੰ ਬਖਸ਼ਿਸ਼ਾਂ ਵੰਡ ਦਿੰਦਾ ਜੀ। ਔਰੰਗਜ਼ੇਬ ਨੂੰ ਕਹਿੰਦੇ ਕਿ ਹੇ ਔਰੰਗਜ਼ੇਬ, ਭਾਵੇਂ ਤੂੰ ਵਧੀਕੀਆਂ ਬੜੀਆਂ ਕੀਤੀਆਂ ਨੇ, ਸਤਿਗੁਰੂ ਕਹਿੰਦੇ ਤੂੰ ਸਾਡੇ ਤੇ ਜ਼ੁਲਮ ਬੜਾ ਕੀਤਾ ਹੈ। ਹਿੰਦੁਸਤਾਨ ਦੇ ਉੱਪਰ ਰਹਿੰਦੀ ਹੋਈ ਜਿਹੜੀ ਆਵਾਮ ਹੈ ਉਹਦੇ ਉੱਪਰ ਬੜਾ ਤੂੰ ਅਤਿਆਚਾਰ ਕੀਤਾ ਹੈ, ਪਰ ਜਿਹੜਾ ਉਸ ਮਾਲਕ ਦੇ ਹੁਕਮ ਦੇ ਵਿੱਚ ਰਹਿ ਕਰਕੇ ਦੂਜੇ ਦੇ ਹਮਲੇ ਨੂੰ ਸਹਾਰ ਲੈਂਦਾ ਹੈ, ਦੂਜੇ ਦੀ ਵਧੀਕੀ ਨੂੰ ਸਹਾਰ ਲੈਂਦਾ ਹੈ, ਕਿ ਰਹਿਮਤ ਬਾ ਬਖਸ਼ੀਦ ਜੋ ਰਹਿਮਤੇ, ਉਹ ਰਹਿਮਤਾਂ ਕਰਨ ਵਾਲਾ ਆਪਣੀਆਂ ਰਹਿਮਤਾਂ ਉਹਨੂੰ ਬਖਸ਼ਿਸ਼ ਕਰ ਦਿੰਦਾ ਹੈ, ਉਹਨੂੰ ਚੜ੍ਹਦੀ ਕਲਾ ਜੀਵਨ ਵਿੱਚ ਬਖਸ਼ਿਸ਼ ਕਰ ਦਿੰਦਾ ਹੈ। ਇਹ ਸਾਰੀ ਜਿਹੜੀ ਹਕਾਇਤ ਹੈ ਇਸ ਕਹਾਣੀ ਦਾ, ਇਹ ਨਿਚੋੜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਢਿਆ ਹੈ। ਤੋ ਉਹਦੇ ਹੁਕਮ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਉਹਦੀ ਰਜ਼ਾ ਵਿੱਚ ਬੜੀਆਂ ਰਹਿਮਤਾਂ ਹੁੰਦੀਆਂ ਨੇ। ਜਿਹੜਾ ਉਹਦੀ ਰਜ਼ਾ ਵਿੱਚ ਰਹਿਣਾ ਸਿੱਖ ਲਵੇ, ਉਹਦੀ ਰਜ਼ਾ ਵਿੱਚ ਜਿਉਣਾ ਸਿੱਖ ਲਏ, ਉਹਨੂੰ ਰਹਿਮਤਾਂ ਦੇ ਨਾਲ ਉਹ ਵਰਸਾਉ ਦਿੰਦਾ ਹੈ ਅਕਾਲ ਪੁਰਖ। ਜਦੋਂ ਔਰੰਗਜ਼ੇਬ ਨੇ ਜ਼ਫਰਨਾਮਾ ਪੜ੍ਹਿਆ ਜੀ, ਇਹ ਜ਼ਫਰਨਾਮਾ ਪੜ੍ਹਨ ਤੋਂ ਬਾਅਦ ਉਹਨੇ ਆਪਣੇ ਪੁੱਤਰ ਮੁਅੱਜ਼ਮ ਨੂੰ ਲਿਖਿਆ, ਮੈਨੂੰ ਨਹੀਂ ਪਤਾ ਮੈਂ ਕੌਣ ਹਾਂ, ਮੈਂ ਕਿੱਥੇ ਜਾਵਾਂਗਾ, ਮੇਰੇ ਗੁਨਾਹਾਂ ਦੀ ਕੀ ਸਜ਼ਾ ਮੈਨੂੰ ਮਿਲੇਗੀ। ਫਿਰ ਉਹਨੇ ਫਿਰ ਖਤ ਲਿਖਿਆ, ਮੈਂ ਬੜੇ ਪਾਪ ਕੀਤੇ ਨੇ, ਮੈਂ ਗੁਨਾਹਗਾਰ ਹਾਂ, ਮੈਂ ਅਪਰਾਧੀ ਹਾਂ, ਮੈਨੂੰ ਨਹੀਂ ਪਤਾ ਕਿ ਮੇਰੇ ਗੁਨਾਹਾਂ ਦੀ ਕਿੰਨੀ ਕੁ ਸਜ਼ਾ ਮੈਨੂੰ ਮਿਲੇਗੀ, ਮੈਂ ਨਹੀਂ ਜਾਣਦਾ। ਇਹੋ ਜੇ ਗੁਰੂ ਕਲਗੀਧਰ ਜੀ ਤੇ ਜਾਹੋ ਜਲਾਲ ਵਾਲੇ ਬੋਲ ਸਨ, ਜਿਨ੍ਹਾਂ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਆਤਮਾ ਵੀ ਥਰ-ਥਰ ਕੰਬਣ ਲੱਗ ਪਈ ਸੀ। ਉਸ ਗਮ ਦੇ ਨਾਲ ਹੀ ਦੁਨੀਆ ਤੋਂ ਕੂਚ ਕਰ ਗਿਆ ਸੀਗਾ। ਤੋ ਸਤਿਗੁਰੂ ਕਹਿੰਦੇ, ਹੇ ਔਰੰਗਜ਼ੇਬ, ਜਿਹੜੇ ਕਿਸੇ ਦੀ ਵਧੀਕੀ ਨੂੰ ਸਹਾਰ ਲੈਂਦੇ, ਉਹਨਾਂ ਤੇ ਵਾਹਿਗੁਰੂ ਰਹਿਮਤ ਕਰਦਾ। ਮੈਂ ਇੱਕ ਛੋਟਾ ਜਿਹਾ ਪ੍ਰਸੰਗ ਸਾਂਝਾ ਕਰਦਾ ਜੀ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਗੋਇੰਦਵਾਲ ਸਾਹਿਬ ਨਾਲ ਕੁਝ ਸ਼ੇਖ ਲੋਕ ਰਹਿੰਦੇ ਸਨ, ਤੇ ਬਾਹਰ ਇੱਕ ਖੂਹ ਸੀਗਾ ਜਿੱਥੇ ਸ਼ੇਖਾਂ ਦੇ ਘਰ ਸਨ। ਹਾਲਾਂਕਿ ਨਗਰੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਸਾਈ। ਇੱਕ ਬਚਨ ਵੀ ਆਉਂਦਾ ਜੀ, ਸੇਖਾ ਚਉ ਚੱਕਿਆ ਇਹੋ ਮਨ ਇਕਤ ਘਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਉਹਦੇ ਵਿੱਚ ਮਹਾਰਾਜ ਉਹ ਸ਼ੇਖ ਨੂੰ ਉਪਦੇਸ਼ ਦਿੰਦੇ, ਜਿਹੜਾ ਉਹਨਾਂ ਦਾ ਮੁਖੀ ਸੀਗਾ। ਉਹ ਬੜਾ ਹੰਕਾਰੀ ਸੀ। ਪਾਤਸ਼ਾਹ ਕਹਿੰਦੇ, ਤੂੰ ਆਪਣੇ ਅੰਦਰ ਦਾ ਹੰਕਾਰ ਛੱਡ, ਗੁਰੂ ਦੇ ਉਪਦੇਸ਼ ਨੂੰ ਸਮਝ, ਇਹ ਮਨ ਟਿਕਾ 'ਚ ਲੈ ਕੇ ਆ ਤੂੰ। ਪਰ ਉਹ ਸਮਝੇ ਨਹੀਂ। ਜਦੋਂ ਸਿੱਖਾਂ ਨੇ ਜਾਣਾ ਜੀ, ਉੱਥੇ
ਜਿਹੜੇ ਘੜੇ ਹੁੰਦੇ ਸਨ ਪਾਣੀ ਭਰਨ ਵਾਲੇ, ਤੇ ਉਹਨਾਂ ਦੇ ਬੱਚਿਆਂ ਨੇ ਨਾ ਸ਼ੇਖਾਂ ਦੇ ਇੱਟਾਂ ਮਾਰਨੀਆਂ ਤੇ ਘੜੇ ਤੋੜ ਦੇਣੇ। ਸਿੱਖਾਂ ਨੇ ਸ਼ਿਕਾਇਤ ਕੀਤੀ ਮਹਾਰਾਜ ਕੋਲ। ਸਤਿਗੁਰੂ ਕਹਿੰਦੇ ਕੋਈ ਨਹੀਂ ਭਾਈ, ਕੋਈ ਨਹੀਂ, ਜੇ ਵਧੀਕੀ ਕਰਦੇ ਨੇ ਤੇ ਤੁਸੀਂ ਗਾਗਰਾਂ ਲੈ ਲਓ। ਸਿੱਖਾਂ ਨੇ ਗਾਗਰਾਂ ਲੈ ਲਈਆਂ। ਪਹਿਲਾਂ ਉਹ ਘੜੇ ਭੰਨਦੇ ਰਹੇ, ਫਿਰ ਗਾਗਰਾਂ ਇੱਟਾਂ ਮਾਰਦੇ ਉਹਨਾਂ ਦੇ ਬੱਚੇ ਤੇ ਗਾਗਰਾਂ ਤੋੜ ਦਿੰਦੇ। ਕਈ ਵਾਰੀ ਉਹ ਇੱਟਾਂ ਪਾਣੀ ਭਰਨ ਵਾਲਿਆਂ ਨੂੰ ਲੱਗ ਜਾਣੀਆਂ, ਸੱਟ ਫੇਟ ਲੱਗ ਜਾਣੀ। ਜਦੋਂ ਗਾਗਰਾਂ ਭੰਨੀਆਂ ਉਹਨਾਂ ਫਿਰ ਅਰਦਾਸ ਕੀਤੀ, ਪਾਤਸ਼ਾਹ ਇਹ ਵਧੀਕੀਆਂ ਕਰਦੇ ਜਾਂਦੇ ਨੇ, ਹੁਣ ਉਹ ਗਾਗਰਾਂ ਭੰਨਦੇ ਨੇ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਜੇ ਗਾਗਰਾਂ ਤੋੜ ਦਿੰਦੇ ਨੇ ਕੋਈ ਗੱਲ ਨਹੀਂ, ਤੁਸੀਂ ਮਸ਼ਕਾਂ ਲੈ ਲਓ। ਮਸ਼ਕਾਂ ਤਾਂ ਨਹੀਂ ਨਾ ਟੁੱਟਣਗੀਆਂ ਇੱਟਾਂ ਰੋੜਿਆਂ ਨਾਲ ਜਾਂ ਗੁਲੇਲਿਆਂ ਨਾਲ। ਉਹਨਾਂ ਮਸ਼ਕਾਂ ਲੈ ਲਈਆਂ, ਇਹ ਤੀਰ ਮਾਰਨ ਲੱਗ ਪਏ, ਮਸ਼ਕਾਂ ਪਾੜ ਦੇਣੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੂੰ ਤੀਜੀ ਦਫਾ ਸਿੱਖਾਂ ਨੇ ਆਖਿਆ, ਮਹਾਰਾਜ ਇਹ ਇਦਾਂ ਦੀ ਵਧੀਕੀ ਕਰਨ ਲੱਗ ਪਏ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਆਪਾਂ ਇਹਨਾਂ ਦਾ ਬੁਰਾ ਨਹੀਂ ਕਰਨਾ, ਭਲਾ ਹੀ ਕਰਨਾ। ਕੋਈ ਨਹੀਂ, ਪਰਮੇਸ਼ਰ ਵੇਖਦਾ ਹੀ ਹੈ ਨਾ, ਜਦੋਂ ਕੋਈ ਬੁਰੇ ਦਾ ਭਲਾ ਕਰਦਾ, ਜਦੋਂ ਵਾਹਿਗੁਰੂ ਫਿਰ ਆਪੇ ਪੱਖ ਕਰਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਉਹ ਵਾਹਿਗੁਰੂ ਆਪੇ ਤੁਹਾਡਾ ਪੱਖ ਕਰੇਗਾ। ਦੇਵ ਨੇ ਤੋਂ ਉੱਥੇ ਕਲਾ ਵਰਤੀ ਜੀ। ਕੁਝ ਸਾਧੂ ਆਏ ਸਾਡੇ ਦੇਸ਼ ਦੇ, ਪੁਰਾਣੇ ਸਾਧੂ ਨਾ ਸ਼ਸਤਰਧਾਰੀ ਹੁੰਦੇ ਸਨ। ਉਹ ਜਦੋਂ ਉੱਥੇ ਪਹੁੰਚੇ ਨਾ ਤੇ ਇਹਨਾਂ ਬੱਚਿਆਂ ਨੇ, ਉਹ ਜਦੋਂ ਬੀਬੀਆਂ ਭਾਈ ਪਾਣੀ ਭਰਨ ਵਾਸਤੇ ਖੂਹ ਤੇ ਆਏ, ਉਹਨਾਂ ਨੇ ਗੁਲੇਲਾ ਤਾਂ ਆਪਣੇ ਵੱਲੋਂ ਉਹਨਾਂ ਨੂੰ ਮਾਰਿਆ, ਤੇ ਉਹ ਗੁਲੇਲਾ ਜਿਹੜਾ ਸੀ ਨਾ ਇਸ ਸਾਧੂਆਂ ਦੇ ਜਥੇ ਦਾ ਜਿਹੜਾ ਮਹੰਤ ਸੀ ਉਹਦੀ ਅੱਖ 'ਚ ਲੱਗ ਗਿਆ। ਜਦੋਂ ਉਹਦੀ ਅੱਖ ਵਿੱਚ ਲੱਗ ਪਿਆ ਤੇ ਉਹ ਸਾਧੂ ਜਿਹੜੇ ਸਨ ਉਹ ਬੜੇ ਗੁੱਸੇ ਦੇ ਵਿੱਚ ਆ ਗਏ। ਉਹਨਾਂ ਕੋਲ ਸ਼ਸਤਰ ਸੀ ਤੇ ਉਹਨਾਂ ਉਹ ਕਈ ਬੱਚੇ ਝਟਕਾ ਦਿੱਤੇ ਸ਼ਸਤਰਾਂ ਦੇ ਨਾਲ। ਇੱਕ ਘਟਨਾ ਤੇ ਵਾਪਰੀ। ਉਸ ਤੋਂ ਕੁਝ ਦਿਨਾਂ ਬਾਅਦ ਇੱਕ ਨਵਾਬ ਜਿਹੜਾ ਸੀਗਾ, ਉਹਦੇ ਪਾਸ ਖੱਚਰਾਂ ਸਨ ਤੇ ਉਹਦੇ ਤੇ ਦੌਲਤ ਰੱਖੀ ਸੀ। ਉਹ ਦਿੱਲੀ ਨੂੰ ਜਾਂਦਾ ਸੀਗਾ। ਜਿਹੜਾ ਗੋਇੰਦਵਾਲ ਸਾਹਿਬ ਤੋਂ ਰਸਤਾ ਜਾਂਦਾ ਸੀ ਦਿੱਲੀ ਨੂੰ, ਇਹ ਸ਼ਾਹੀ ਮਾਰਗ ਸੀ ਉਸ ਸਮੇਂ ਦਾ। ਇੱਥੋਂ ਹੀ ਗੋਇੰਦਵਾਲ ਸਾਹਿਬ ਤੋਂ ਬਿਆਸ ਪਾਰ ਕਰਕੇ ਨਿਕਲਦੇ ਸਨ, ਲਾਹੌਰ ਨੂੰ ਜਾਣਾ, ਇੱਧਰੋਂ ਫਿਰ ਦਿੱਲੀ ਨੂੰ ਜਾਣਾ। ਤੇ ਉਹਨਾਂ ਨੇ ਆ ਕੇ ਗੋਇੰਦਵਾਲ ਸਾਹਿਬ ਪੜਾਅ ਕਰ ਲਿਆ। ਤੇ ਅਚਾਨਕ ਕੀ ਹੋਇਆ ਵੀ ਹਨੇਰੀ ਚੱਲ ਪਈ। ਸ਼ਾਮ ਦਾ ਸਮਾਂ ਸੀਗਾ। ਉਹ ਜਿਹੜੀਆਂ ਖੱਚਰਾਂ ਸਨ ਉਹ ਹਨੇਰੀ ਕਰਕੇ ਨਾ ਪਤਾ ਨਹੀਂ ਲੱਗੀਆਂ, ਕੋਈ ਇੱਧਰ ਚਲੀ ਗਈ। ਖੈਰ ਉਹਨਾਂ ਨੇ ਬਾਅਦ ਵਿੱਚ ਜਦੋਂ ਹਨੇਰੀ ਖਤਮ ਹੋਈ, ਉਹ ਖੱਚਰਾਂ ਗਿਣੀਆਂ ਤੇ ਇੱਕ ਘੱਟ। ਉਹ ਗੋਇੰਦਵਾਲ ਸਾਹਿਬ ਆਏ, ਕਹਿੰਦੇ ਵੀ ਸਾਡੀ ਖੱਚਰ ਗੁੰਮ ਹੋ ਗਈ ਹੈ। ਹੁਣ ਉਹਦੇ ਉੱਤੇ ਤਾਂ ਮਾਇਆ ਲੱਦੀ ਹੋਈ ਸੀਗੀ, ਤੇ ਹੁਣ ਉਹ ਸ਼ੇਖਾਂ ਨੇ ਲੁਕੋ ਲਈ, ਦਿੱਤੀ ਨਹੀਂ। ਉਹਨੂੰ ਅੰਦਰ ਲੁਕੋ ਲਿਆ ਤੇ ਉਹਨਾਂ ਨੇ ਆਖਿਆ ਵੀ ਜੇ ਸਾਨੂੰ ਬਾਅਦ 'ਚ ਪਤਾ ਲੱਗ ਗਿਆ ਨਾ ਤੇ ਫਿਰ ਫਾਹੇ ਲਾ ਦੇਵਾਂਗੇ ਅਸੀਂ, ਵੀ ਹੁਣੇ ਦੱਸ ਦਿਓ। ਪਰ ਉਹਨਾਂ ਨੇ ਦੱਸਿਆ ਨਹੀਂ। ਤੇ ਕਹਿੰਦੇ ਜਦੋਂ ਸਿਪਾਹੀ ਜਾਣ ਲੱਗੇ ਨਾ ਤੇ ਉਹ ਖੱਚਰ ਕਿਤੇ ਅੰਦਰੋਂ ਬੋਲ ਪਈ ਘਰ ਦੇ। ਉਹ ਕੁਦਰਤੀ ਗੱਲ ਹੈ ਵੀ ਭਾਵੇਂ ਮਹਾਰਾਜ ਕਹਿੰਦੇ ਧਰਤੀ ਵਿੱਚ ਬਹਿ ਕੇ ਕੋਈ ਪਾਪ ਕਮਾ ਲਵੇ, ਰੱਬ ਆਪੇ ਪ੍ਰਗਟ ਕਰ ਦਿੰਦਾ ਯਾਰ। ਉਹ ਖੱਚਰ ਅੰਦਰੋਂ ਬੋਲ ਪਈ ਤੇ ਉਹਨਾਂ ਨੇ ਅੰਦਰੋਂ ਕੱਢ ਲਈ। ਉਥੇ ਫਿਰ ਉਹ ਜਿਹੜੇ ਸ਼ੇਖ ਸਨ ਉਹਨਾਂ ਨੇ ਫਿਰ ਉਹ ਫਾਹੇ ਚਾੜ ਕੇ ਮਾਰੇ ਜਿਨ੍ਹਾਂ ਲੁਕੋਈ ਸੀ। ਉਸ ਤੋਂ ਬਾਅਦ ਇਹ ਫਿਰ ਥੋੜੇ ਟਿਕਾ ਦੇ ਵਿੱਚ ਆਏ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਵੇਖੋ, ਉਸ ਕਰਤੇ ਦੀ ਕੁਦਰਤ ਹੈ, ਜਿਹੜਾ ਕਿਸੇ ਨਾਲ ਵਧੀਕੀ ਕਰਦਾ ਉਹਨੂੰ ਆਹੀ ਸਜ਼ਾ ਮਿਲਦੀ ਹੈ। ਤੁਸੀਂ ਉਹਦੀ ਰਜ਼ਾ ਵਿੱਚ ਰਹੋ, ਉਹਦੇ ਹੁਕਮ ਵਿੱਚ ਰਹੋ, ਉਹਦੇ ਭਾਣੇ ਵਿੱਚ ਰਹੋ। ਜੇ ਕੋਈ ਵਧੀਕੀ ਕਰਦਾ ਹੈ ਤੇ ਪਰਮੇਸ਼ਰ ਤੁਹਾਡੇ ਵੱਲ ਹੈ, ਤੇ ਜੇ ਉਹ ਵੱਲ ਹੈ ਤੇ ਸਭ ਕੁਝ ਹੀ ਵੱਲ ਹੈ। ਇਸ ਵਾਸਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਕਿ ਰਹਿਮਤ ਬਾ ਬਖਸ਼ੀਦ, ਜੋ ਰਹਿਮਤੇ ਜਿਹੜਾ ਦੂਜੇ ਦੀ ਵਧੀਕੀ ਨੂੰ ਸਹਾਰ ਲੈਂਦਾ ਹੈ। ਹੇ ਔਰੰਗਜ਼ੇਬ ਵੇਖ, ਉਹ ਕਰਤਾ ਪੁਰਖ ਰਹਿਮਤਾਂ ਕਰਕੇ, ਰਹਿਮਤਾਂ ਨਾਲ ਉਹਦੀਆਂ ਝੋਲੀਆਂ ਭਰ ਕੇ ਉਹਨੂੰ ਸਾਰਾ ਕੁਝ ਹੀ ਬਖਸ਼ਿਸ਼ ਕਰ ਦਿੰਦਾ ਹੈ। ਕਿ ਉਹ ਸ਼ਾਹ ਬਾਨੂ ਸ਼ੁਦੋ ਮੁਲਕ ਸ਼ਾਹ। ਸਤਿਗੁਰੂ ਕਹਿੰਦੇ ਵੇਖੋ, ਉਹ ਜਿਹੜੀ ਲੜਕੀ ਸੀ ਉਹ ਮੁਲਕ ਦੀ ਰਾਣੀ ਬਣ ਗਈ। ਜਿਹਨੂੰ ਰੋੜਿਆ ਗਿਆ ਮਰਨ ਵਾਸਤੇ, ਕਿੰਨੀਆਂ ਮੁਸੀਬਤਾਂ ਵਿੱਚੋਂ ਨਿਕਲੀ, ਪਰ ਉਹਨੇ ਬਹਾਦਰੀ ਵੀ ਵਿਖਾਈ। ਜਿਹੜਾ ਬਹਾਦਰੀ ਵਿਖਾਉਂਦਾ ਹੈ, ਜਿਹੜਾ ਗੋਡੇ ਨਹੀਂ ਟੇਕਦਾ, ਤੇ ਵਾਹਿਗੁਰੂ ਉਹਦੀ ਮਿਹਨਤ ਦਾ ਫਲ ਉਹਨੂੰ ਦਿੰਦਾ ਹੈ ਨਾ। ਉਹ ਲੜਕੀ ਆਪ ਜੰਗ ਵਿੱਚ ਆ ਕੇ ਲੜੀ, ਤੇ ਸਤਿਗੁਰੂ ਕਹਿੰਦੇ ਉਹਦੀ ਬਹਾਦਰੀ ਦਾ ਫਲ ਉਹਨੂੰ ਮਿਲਿਆ ਕਿ ਉਹ ਸ਼ਾਹ ਬਾਨੂ ਸ਼ੁਦੋ ਮੁਲਕ ਸ਼ਾਹ।
ਇੱਕ ਪਾਸੇ ਉਹ ਜਿਹੜਾ ਲੜਕਾ ਸੀ ਉਹ ਮੁਲਕ ਦਾ ਬਾਦਸ਼ਾਹ ਬਣ ਗਿਆ ਮਯੰਦਰਾ ਦਾ, ਤੇ ਦੂਜੇ ਪਾਸੇ ਉਹ ਲੜਕੀ ਉਹਦੀ ਰਾਣੀ ਬਣ ਗਈ। ਕਿ ਸ਼ਾਹੀ ਹਮੀ ਯਾਫਤ ਹੁਕਮੇ ਇਲਾਹ, ਉਸ ਇਲਾਹੀ ਹੁਕਮ ਦੇ ਸਦਕਾ, ਅਕਾਲ ਪੁਰਖ ਦੇ ਹੁਕਮ ਸਦਕਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਇਦਾਂ ਸ਼ਾਹੀ ਰਾਜ ਭਾਗ ਜਿਹੜਾ ਪ੍ਰਾਪਤ ਹੋ ਗਿਆ, ਛਤਰ ਚੌਰ ਮਿਲ ਗਿਆ ਹੈ। ਵਿਦਹੇ ਸਾਕੀਆ ਸਾਗਰੇ ਸਬਜ਼ ਆਪ, ਅਰਦਾਸ ਕਰਦੇ ਨੇ, ਹੈ ਮੇਰੇ ਸਤਿਗੁਰੂ ਕਿਰਪਾ ਕਰਕੇ ਆਪ ਜੀ ਮੈਨੂੰ ਨਾਮ ਦਾ ਪਿਆਲਾ ਬਖਸ਼ਿਸ਼ ਕਰ ਦਿਓ। ਕਿ ਬੇਰੂ ਬੇਅਫਤਾਦ ਪਰਦੈ ਨਕਾਬ, ਜਿਹੜਾ ਮੇਰੇ ਅੰਦਰ ਦਾ ਘੁੰਡ ਦਾ ਪੜਦਾ ਹੈ ਨਾ, ਇਹ ਨਾਮ ਦੇ ਪਿਆਲੇ ਨਾਲ ਹੀ ਨਿਕਲ ਜਾਣਾ ਹੈ। ਇਹ ਘੁੰਡ ਦਾ ਪੜਦਾ ਕਿਹੜਾ? ਭਰਮ ਦਾ ਪੜਦਾ। ਜਿਹੜਾ ਅੰਦਰ ਭਰਮ ਦਾ ਪੜਦਾ ਜਨਮਾਂ ਜਨਮਾਂਤਰਾਂ ਤੋਂ ਪਿਆ ਹੋਇਆ ਹੈ, ਇਹ ਤੁਹਾਡੇ ਨਾਮ ਦੇ ਪਿਆਲੇ ਨਾਲ ਬਾਹਰ ਨਿਕਲ ਜਾਣਾ ਹੈ। ਬਦੇਹ ਸਾਕੀਆ ਸਬਜ਼ ਰੰਗੇ ਫਿਰੰ, ਇਹ ਅਕਾਲ ਪੁਰਖ ਰਹਿਮਤ ਕਰੋ, ਮੈਨੂੰ ਹਰੇ ਰੰਗ ਦਾ ਨਾਮ ਦਾ ਪਿਆਲਾ ਬਖਸ਼ਿਸ਼ ਕਰ ਦਿਓ। ਇਹ ਵਕਤੇ ਬਕਾਰਸਤ ਅਜ਼ ਰੋਜ਼ ਜੰਗ, ਕਹਿੰਦੇ ਜੰਗ ਦੇ ਵਕਤ ਮੈਨੂੰ ਤੁਹਾਡੇ ਨਾਮ ਦਾ ਪਿਆਲਾ ਲੋੜੀਂਦਾ ਹੈ, ਮੈਨੂੰ ਜੰਗ ਦੇ ਵਿੱਚ ਤੁਹਾਡੇ ਨਾਮ ਦੀ ਜ਼ਰੂਰਤ ਹੈ। ਕਿਰਪਾ ਕਰਕੇ ਇਹ ਦਾਤ ਮੇਰੀ ਝੋਲੀ ਵਿੱਚ ਪਾ ਦਿਓ। ਵਾਹਿਗੁਰੂ ਜੀ ਕੀ ਫਤਿਹ। ਹਕਾਇਤ 11ਵੀਂ ਚਲੀ। ਸਤਿਗੁਰੂ ਕਲਗੀਧਰ ਜੀ 11ਵੀਂ ਹਕਾਇਤ ਆਰੰਭ ਕਰਦੇ ਨੇ ਜਫਰਨਾਮੇ ਦੀ, ਔਰ ਮੰਗਲ ਕਰਦੇ ਹਨ ਕਿ ਉਸ ਵਾਹਿਗੁਰੂ ਦੀ ਫਤਿਹ ਹੈ ਲੋਕ ਤੇ ਪਰਲੋਕ ਵਿੱਚ। ਔਰ ਜਿਹੜਾ ਜੀਵ ਵਾਹਿਗੁਰੂ 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 ਰਸਨਾ ਨਾਲ ਜਪਦਾ ਹੈ, ਉਹਦੀ ਵਿਕਾਰਾਂ ਤੇ ਵੀ ਫਤਿਹ, ਜਿਹਦੀ ਮਨ ਤੇ ਫਤਿਹ, ਉਹਦੀ ਜਗ ਤੇ ਵੀ ਫਤਿਹ ਹੈ। ਉਹ ਮਨੁੱਖ ਆਪਣਾ ਜੀਵਨ ਸਫਲਾ ਕਰ ਜਾਂਦਾ ਹੈ। ਤੂੰ ਹੀ ਦਸਤਗੀਰਸਤ ਦਰਮਾਂਦਗਾ। ਸਤਿਗੁਰੂ ਕਹਿੰਦੇ ਵਾਹਿਗੁਰੂ ਤੂੰ ਦਸਤਗੀਰ ਹੈ, ਹੱਥ ਫੜਨ ਵਾਲਾ। ਭਾਵ ਜਿਹਦਾ ਕੋਈ ਸਹਾਰਾ ਨਾ ਹੋਵੇ ਉਹਨੂੰ ਸਹਾਰਾ ਦਿੰਦੇ ਹੋ। ਦਰਮਾਂਦਗਾ ਜਿਹੜਾ ਥੱਕਿਆ ਟੁੱਟਿਆ ਮਨੁੱਖ ਹੁੰਦਾ ਹੈ ਨਾ, ਜਗਤ ਵਿੱਚ ਦੁੱਖਾਂ ਦਾ ਮਾਰਿਆ, ਕਲੇਸ਼ਾਂ ਦਾ ਮਾਰਿਆ ਹੋਇਆ, ਜਿਹੜਾ ਦੁਖੀ ਹੋਵੇ, ਤੁਸੀਂ ਉਹਦਾ ਸਹਾਰਾ ਬਣ ਜਾਂਦੇ ਹੋ। ਉਹਦੇ ਦੁੱਖ ਦਲਿੱਦਰ ਸਭ ਕੁਝ ਜਿਹੜੇ ਨਿਵਰਤ ਕਰ ਦਿੰਦੇ ਹੋ। ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਯਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਖ ਪੇ ਭਜ ਖਲੇ, ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਭਾਵ। ਜਿਹਨੂੰ ਅਤੀ ਮੁਸ਼ਕਲ ਬਣ ਜਾਵੇ, ਕੋਈ ਢੋਈ ਦੇਣ ਵਾਲਾ ਨਾ ਹੋਵੇ, ਦੁਸ਼ਮਣ ਵੀ ਨੇੜੇ ਆ ਜਾਣ, ਸਾਖ ਸੰਬੰਧੀ ਵੀ ਭੱਜ ਜਾਣ, ਜਦੋਂ ਕੋਈ ਆਸਰਾ ਨਾ ਰਹੇ, ਕੋਈ ਪਨਾਹ ਦੇਣ ਵਾਲਾ ਨਾ ਰਹੇ, ਤੇ ਜੇ ਉਹਨੂੰ ਵਾਹਿਗੁਰੂ ਚੇਤੇ ਆ ਜਾਵੇ ਤੇ ਫਿਰ ਉਹਨੂੰ ਤੱਤੀ ਬਾਹ ਨਹੀਂ ਵਾਹਿਗੁਰੂ ਲੱਗਣ ਦਿੰਦਾ। ਤੋ ਜਿਹੜਾ ਥੱਕਿਆ ਟੁੱਟਾ ਹੁੰਦਾ ਹੈ ਵਾਹਿਗੁਰੂ, ਉਹਨਾਂ ਦੀ ਤੂੰ ਬਾਹ ਫੜਨ ਵਾਲਾ ਹੈ। ਤੂੰ ਹੀ ਕਾਰ ਸਾਜ਼ਸਤ ਬੇਚਾਰਗਾ। ਜਿਹੜੇ ਬੇਚਾਰਗਾ ਗਰੀਬ ਨੇ, ਤੁਹਾਡਾ ਨਾਮ ਗਰੀਬ ਨਵਾਜ ਹੈ। ਜਿਹੜੇ ਗਰੀਬ ਨੇ ਉਹਨਾਂ ਦੇ ਸਾਰੇ ਕਾਰਜ ਤੁਸੀਂ ਰਾਸ ਕਰਨ ਵਾਲੇ ਹੋ, ਜੋ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦੇ ਹਨ। ਸ਼ਹਿਨਸ਼ਾਹ ਬਖਸ਼ਿੰਦ ਏ ਬੇਨਿਆਜ਼। ਤੂੰ ਸਾਰੀ ਦੁਨੀਆ ਦਾ ਸ਼ਹਿਨਸ਼ਾਹ, ਸਭ ਨੂੰ ਬਖਸ਼ਿਸ਼ਾਂ ਕਰਨ ਵਾਲਾ ਹੈ ਵਾਹਿਗੁਰੂ, ਪਰ ਬੇਨਿਆਜ਼, ਇੱਛਾ ਤੋਂ ਰਹਿਤ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿਲ ਮਾਤਰ ਵੀ ਕੁਝ ਲੈਣ ਦੀ ਇੱਛਾ ਨਹੀਂ, ਕੇਵਲ ਦਾਤਾ ਹੈ, ਦੇਣ ਦੀ ਇੱਛਾ ਰੱਖਦਾ, ਸਭ ਦੀਆਂ ਝੋਲੀਆਂ ਭਰਦਾ, ਪਰ ਬਦਲੇ ਵਿੱਚ ਕੁਝ ਲੈਣ ਦੀ ਇੱਛਾ ਨਹੀਂ ਰੱਖਦਾ। ਇੱਕ ਵਿਦਵਾਨ ਸੱਜਣ ਕਹਿੰਦੇ ਕਦੇ ਧਿਆਨ ਨਾਲ ਵੇਖੋ, ਬੰਦਾ ਜਦੋਂ ਕਿਸੇ ਨੂੰ ਕੁਝ ਦਿੰਦਾ ਤੇ ਆਪਣਾ ਬਕਾਇਦਾ ਨਾਮ ਕਰਦਾ ਵੀ ਮੈਂ ਦਿੱਤਾ। ਜੇ ਕਿਸੇ ਪੱਖਾ ਵੀ ਲਵਾਇਆ ਹੋਵੇ ਤੇ ਅੱਧਾ ਪੱਖਾ ਤੇ ਵਿਚਾਰਾ ਨਾਵਾਂ ਨਾਲ ਹੀ ਭਰ ਦਿੰਦੇ ਨੇ, ਚੱਲਣਾ ਤੇ ਉਹਨੇ ਕੀ ਹੈ, ਇੰਨਾ ਭਾਰ ਪਾ ਦਿੰਦੇ ਨੇ ਪੱਖੇ ਉੱਤੇ ਵੀ ਮੈਂ ਦਿੱਤਾ ਜੀ, ਮੇਰੇ ਫਲਾਣੇ ਪਿੰਡ ਨੇ ਦਿੱਤਾ ਜੀ। ਇਦਾਂ ਹੀ ਹੁੰਦਾ ਨਾ। ਹੁਣ ਤਾਂ ਚਲੋ ਰੱਬ ਦਾ ਸ਼ੁਕਰ ਹੈ ਵੀ ਥੋੜਾ ਜਿਹਾ ਇਹ ਕੰਮ ਘਟ ਗਿਆ ਹੈ, ਨਹੀਂ ਤਾਂ ਅੱਧਾ ਵਜਨ ਤਾਂ ਪੱਖੇ ਤੇ ਨਾਵਾਂ ਤਾਂ ਹੀ ਪਾ ਦਿੰਦੇ ਸਨ ਵੀ ਮੈਂ ਦਿੱਤਾ। ਤੇ ਜਿਹਨੇ ਤੁਹਾਡੇ ਘਰ ਵਿੱਚ ਪੱਖੇ ਲਵਾਏ ਨੇ, ਉਹਨੇ ਕਿਹਾ ਵੀ ਮੇਰਾ ਨਾਂ ਲਿਖੋ ਪੱਖਿਆਂ ਤੇ। ਰੱਬ ਨੇ ਕਦੇ ਕਿਹਾ ਵੀ ਮੇਰਾ ਨਾਂ ਲਿਖੋ ਪੱਖਿਆਂ ਤੇ? ਜਿਵੇਂ ਮਸ਼ਕੀਨ ਜੀ ਕਹਿੰਦੇ ਮੈਂ ਪਟਨਾ ਸਾਹਿਬ ਗਿਆ ਅੰਮ੍ਰਿਤ ਵੇਲੇ, ਇੱਕ ਬਜ਼ੁਰਗ ਨਾ ਨੇੜੇ ਜੀ ਹੋ ਕੇ ਸੰਗਮਰਮਰ ਦੇ ਕਹਿੰਦੇ ਨਾਂ ਲੱਭੇ ਪਿਆ। ਕਹਿੰਦੇ ਮੈਂ ਪੁੱਛਿਆ ਬਜ਼ੁਰਗੋ ਕੁਝ ਗਵਾਚ ਗਿਆ? ਕਹਿੰਦੇ ਗਵਾਚਿਆ ਤਾਂ ਕੁਝ ਨਹੀਂ, ਨਾਂ ਲੱਭਦਾ। ਪਿਛਲੀ ਵਾਰ ਆਇਆ ਸੀ 500 ਰੁਪਇਆ ਦੇ ਕੇ ਗਿਆ ਸੀ, ਲੱਭਦਾ ਵੀ ਕਿਸ ਪੱਥਰ ਤੇ ਮੇਰਾ ਨਾਂ ਲਿਖਿਆ ਹੋਇਆ। ਯਾਨੀ ਕਿ ਇਹ ਹੈ ਕਿ ਜਿਹਨੇ ਇੰਨਾ ਕੁਝ ਦਿੱਤਾ ਜੇ ਸਾਨੂੰ, ਜੇ ਅਸੀਂ ਆਪਣਾ ਮਕਾਨ ਬਣਾਉਂਦੇ ਆ ਤੇ ਅਸੀਂ ਮਕਾਨ ਦੀਆਂ ਟੈਲਾਂ ਤੇ ਨਾਂ ਲਿਖਾਉਂਦੇ ਆ ਆਪਣਾ।
ਕਦੀ ਸੋਚਣ ਵਾਲੀ ਗੱਲ ਹੈ ਨਾ। ਘਰ ਦੇ ਵਿੱਚ ਅਸੀਂ ਪੱਖੇ ਲਾਏ ਨੇ, ਅਸੀਂ ਰੱਬ ਦਾ ਨਾਂ ਲਿਖਿਆ ਕਦੇ? ਆਪਾਂ ਤੇ ਕਹਿੰਦੇ ਆ ਮਿੱਟੀ ਵੀ ਨਾ ਲੱਗੇ, ਵੀ ਘਰ ਸਾਡਾ ਸਵੱਛ ਰਹੇ, ਤੇ ਗੁਰੂ ਘਰ ਦੇ ਪੱਖੇ ਜਿਹੜੇ ਉਹ ਨਾਵਾਂ ਨਾਲ ਭਰ ਦਿੰਦੇ ਆਪਾਂ। ਤੋ ਕਹਿਣ ਤੋਂ ਭਾਵ ਇਹ ਉਦਾਹਰਣ ਤਾਂ ਦਿੱਤੀ ਹੈ ਕਿ ਕਹਿੰਦੇ ਖੁਦਾ ਜਦੋਂ ਦਿੰਦਾ ਹੱਥ ਵੀ ਨਹੀਂ ਵਿਖਾਉਂਦਾ ਦੇਣ ਵੇਲੇ। ਰੱਬ ਨੇ ਕਦੇ ਕਿਸੇ ਨੂੰ ਹੱਥ ਵਿਖਾਇਆ ਦੇਣ ਵੇਲੇ? ਇਹਦਾ ਭਾਵ ਹੈ ਕਿ ਉਹਨੂੰ ਲੈਣ ਦੀ ਕੋਈ ਇੱਛਾ ਹੀ ਨਹੀਂ ਹੁੰਦੀ। ਅਸੀਂ ਜਦੋਂ ਕਿਸੇ ਨੂੰ ਕੁਝ ਦਿੰਦੇ ਆ, ਜੇ ਅਸੀਂ ਬਦਲੇ ਵਿੱਚ ਕਿਸੇ ਨੂੰ ਪੈਸੇ ਦੇ ਕੇ ਪੈਸੇ ਨਹੀਂ ਮੰਗਦੇ, ਪਰ ਘੱਟੋ ਘੱਟ ਸ਼ੋਭਾ ਤਾਂ ਮੰਗਦੇ ਹੀ ਆ ਨਾ, ਵੀ ਲੋਕ ਮੇਰੀ ਵਡਿਆਈ ਕਰਨ, ਮੇਰੀ ਸ਼ੋਭਾ ਕਰਨ। ਇਹ ਭਾਵਨਾ ਤਾਂ ਸਾਡੀ ਹੁੰਦੀ ਹੈ ਨਾ ਅੰਦਰ ਦੀ। ਪਰ ਵੇਖੋ ਵਾਹਿਗੁਰੂ ਤਾਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਮੇਰੀ ਵਡਿਆਈ ਕਰੋ, ਮੈਂ ਤੁਹਾਨੂੰ ਪ੍ਰਸ਼ਾਦਾ ਰੋਜ਼ ਛਕਾਉਣਾ 3 ਵਕਤ, ਕਹਿੰਦਾ ਕਦੇ? ਇਸ ਕਰਕੇ ਸਤਿਗੁਰੂ ਕਹਿੰਦੇ ਸ਼ਹਿਨਸ਼ਾਹੇ ਬਖਸ਼ਿੰਦਾ ਏ ਬੇਨਿਆਜ਼। ਉਹ ਬੇਨਿਆਜ਼, ਇੱਛਾ ਤੋਂ ਰਹਿਤ ਹੈ, ਸਾਰਿਆਂ ਦਾ ਸ਼ਹਿਨਸ਼ਾਹ, ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਸਭ ਨੂੰ ਬਖਸ਼ਿਸ਼ਾਂ ਦੇਣ ਵਾਲਾ ਹੈ। ਜ਼ਮੀਨੋ ਜ਼ਮਾਰਾ ਤੂੰ ਹੀ ਕਾਰ ਸਾਜ਼। ਸਾਹਿਬ ਕਹਿੰਦੇ ਧਰਤੀ ਤੇ ਆਕਾਸ਼ ਦੇ ਜਿੰਨੇ ਕਾਰਜ ਨੇ ਵਾਹਿਗੁਰੂ ਤੁਸੀਂ ਆਪ ਹੀ ਕਰਨ ਵਾਲੇ ਹੋ। ਬੰਦਾ ਕੋਈ ਕੰਮ ਨਹੀਂ ਕਰਦਾ, ਬੰਦਾ ਤਾਂ ਸਿਰਫ ਇੱਕ ਮਸ਼ੀਨਰੀ ਹੈ। ਜਿਵੇਂ ਮਸ਼ੀਨਰੀ ਵਿੱਚ ਬਿਜਲੀ ਆਵੇ ਤੇ ਕੰਮ ਕਰਦੀ ਹੈ, ਗੱਡੀ ਹੈ ਮਸ਼ੀਨਰੀ ਹੈ, ਤੇਲ ਪਾਓ ਤੇ ਚੱਲੀ ਜਾਂਦੀ ਹੈ। ਉਹਨੇ ਸਵਾਸ ਸਾਡੇ 'ਚ ਪਾਏ ਨੇ ਤੇ ਆ ਵੀ ਮਸ਼ੀਨਰੀ ਚੱਲੀ ਜਾਂਦੀ ਹੈ। ਬਾਕੀ ਸਾਰੇ ਜਿਹੜੇ ਕਾਜ ਸਾਜ ਨੇ ਦੁਨੀਆ ਦੇ, ਉਹ ਵਾਹਿਗੁਰੂ ਅਕਾਲ ਪੁਰਖ ਹੀ ਕਰ ਰਿਹਾ ਹੈ। ਹਕਾਇਤ ਸੁਣੀ ਦੇ ਮਸ਼ਾਹੇ ਕਲੰਜਰ। ਸਤਿਗੁਰੂ ਕਹਿੰਦੇ ਕਲਿੰਜ਼ਰ ਦੇਸ਼ ਦਾ ਜਿਹੜਾ ਬਾਦਸ਼ਾਹ ਸੀ, ਅਸੀਂ ਉਹਦੀ ਇੱਕ ਕਹਾਣੀ ਸੁਣੀ ਹੈ। ਗੁਨਾਨੀ ਦਯਕਦਰ ਚੂ ਅਜ਼ ਕੋਹ ਮੰਜਰ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹਨੇ ਆਪਣੀ ਰਿਆਸਤ ਦੇ ਵਿੱਚ ਇੱਕ ਦਰਵਾਜ਼ਾ ਬਣਾਇਆ। ਉਹ ਦਰਵਾਜ਼ਾ ਏਡਾ ਵੱਡਾ ਸੀ ਜਿਵੇਂ ਪਹਾੜ ਹੁੰਦਾ ਨਾ, ਪਹਾੜ ਜਿਹਾ ਵੇਖਣ ਵਾਲਾ ਮਹਾਰਾਜ ਕਹਿੰਦੇ ਉਹਨੇ ਦਰਵਾਜ਼ਾ ਬਣਾਇਆ ਹੈ। ਯਕੇ ਪਿਸਰ ਆਬੂਦ ਹੁਸਨਲ ਜਮਾਲ। ਇਹ ਵੀ ਇੱਕ ਬਹਾਦਰ ਔਰਤ ਦੀ ਹਕਾਇਤ ਕਹਾਣੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਸ ਰਾਜੇ ਦੇ ਘਰ ਵਿੱਚ ਉਹਦਾ ਇੱਕ ਪੁੱਤਰ ਸੀਗਾ ਜੋ ਸੁੰਦਰ ਰੂਪ ਵਾਲਾ ਹੈ। ਇਹ ਲਾਇਕ ਜਹਾਂ ਬੂਦ ਅਜ਼ ਮੁਲਕ ਮਾਲ। ਇਹ ਜਿਹੜਾ ਉਹਦਾ ਪੁੱਤਰ ਮੁਲਕ ਮਾਲ ਦੇ ਲਾਇਕ ਸੀ, ਭਾਵ ਰਾਜ ਕਰਨ ਦੇ ਲਾਇਕ ਬੜਾ ਸਿਆਣਾ ਹੈ। ਕੇ ਸ਼ਾਹੇ ਔਜਾਬ ਦੁਖਤਰ ਅਜ਼ੋ। ਉਸੇ ਹੀ ਰਿਆਸਤ ਦੇ ਅੰਦਰ ਇੱਕ ਸ਼ਾਹੂਕਾਰ ਹੈ, ਉਹਦੀ ਅੱਗੋਂ ਇੱਕ ਦੁਖਤਰ ਭਾਵ ਬੇਟੀ ਹੈ। ਕੇ ਦੀਗਰ ਨਾ ਜ਼ਨਬੂਤ ਸਮਨ ਬਰਕਜ਼ੋ। ਸਤਿਗੁਰੂ ਕਹਿੰਦੇ ਉਹਦੀ ਸ਼ੋਭਾ ਚਮੇਲੀ ਦੇ ਫੁੱਲ ਦੇ ਪੱਤਿਆਂ ਵਾਂਗੂ ਹੈ, ਤੇ ਇਸੇ ਪ੍ਰਕਾਰ ਉਹਦੇ ਸਮਾਨ ਹੋਰ ਕੋਈ ਦੂਸਰਾ ਨਹੀਂ। ਵਜ਼ਾ ਦੁਖਤਰੇ ਸ਼ਾਹੇ ਆਫਿਸਰ ਸ਼ਾਹ। ਇੱਕ ਵਾਰੀ ਉਹਦੀ ਨਿਗਾਹ ਹੇਠਾਂ ਬਾਦਸ਼ਾਹ ਦਾ ਪੁੱਤਰ ਆਇਆ ਹੈ। ਸ਼ੁਦ ਆਫਸ਼ ਅਸ਼ਫਤੈ ਬਰਵੈ ਚੋ ਬਰਸ਼ ਚਸ਼ਮ ਮਾਹ। ਸਤਿਗੁਰੂ ਕਹਿੰਦੇ ਉਹਨੂੰ ਵੇਖਿਆ ਜਦੋਂ ਮਨ ਮੋਹਿਤ ਹੋਇਆ, ਜੈਸੇ ਚੂ ਬਾਰ ਸ਼ਮਸ਼ ਮਾਹ, ਜੈਸੇ ਚੰਦਰਮਾ ਸੂਰਜ ਦੇ ਉੱਪਰ ਫਿਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਉਹਦਾ ਮਨ ਵੀ ਮੋਹਿਤ ਹੋਇਆ ਹੈ। ਬਗੋਇਤ ਕੇ ਏ ਸ਼ਾਹ ਮਾਰਾ ਬੇਕੁਨ। ਸਾਧ ਸੰਗਤ ਜੀ ਉਹਨੇ ਆਖਿਆ, ਏ ਸ਼ਾਹ, ਹੈ ਬਾਦਸ਼ਾਹ ਦੇ ਪੁੱਤਰ, ਮਾਰਾ ਬੇਕੁਨ, ਮੇਰੀ ਇੱਛਾ ਹੈ ਕਿ ਤੂੰ ਮੇਰੇ ਨਾਲ ਨਿਕਾਹ ਕਰਾਵੇਂ, ਵਿਆਹ ਕਰਾ ਲਵੇਂ। ਕਿ ਦਹਿਸ਼ਤ ਕਸੇ ਮਰਦ ਦੀਗਰ ਮਕਨ। ਇਸ ਜਗਤ ਅੰਦਰ ਤੈਨੂੰ ਕਿਸੇ ਦੂਸਰੇ ਯੋਧੇ ਬਹਾਦਰ ਤੋਂ ਡਰਨ ਦੀ ਲੋੜ ਨਹੀਂ, ਮੇਰਾ ਕਹਿਆ ਬਚਨ ਮੰਨ ਲੈ। ਸੁਨੀਦਮ ਕੇ ਦਰਸ਼ਾਹੇ ਹਿੰਦੁਸਤਾਨ। ਫਿਰ ਉਹ ਲੜਕਾ ਪਤਾ ਉਹਨੂੰ ਕੀ ਕਹਿੰਦਾ ਅੱਗੋਂ, ਜਿਹਨੂੰ ਉਹਨੇ ਇੰਨੀ ਗੱਲ ਆਖੀ। ਸਤਿਗੁਰੂ ਕਹਿੰਦੇ ਸੁਨੀਦਮ, ਉਹਨੇ ਜਦੋਂ ਗੱਲ ਸੁਣੀ ਤੇ ਉਹ ਆਖਣ ਲੱਗਾ ਕਿ ਦਰਸ਼ਾਹੇ ਹਿੰਦੁਸਤਾਨ, ਹਿੰਦੁਸਤਾਨ ਦਾ ਇੱਕ ਰਾਜਾ ਹੈ, ਮੈਂ ਉਹਦੇ ਬਾਰੇ ਸੁਣਿਆ ਹੈ ਕਿ ਨਾਮੇ ਵਜ਼ਾ ਸ਼ੇਰ ਸ਼ਾਹੇ ਵਜ਼ਾ। ਉਹਦਾ ਨਾਮ ਹੈ ਸ਼ੇਰ ਸ਼ਾਹ। ਹੋ ਸਕਦਾ ਵੀ ਇਹ ਸ਼ੇਰ ਸ਼ਾਹ ਸੂਰੀ ਦੀ ਗੱਲ ਹੋਵੇ, ਹਮਾਯੂ ਬਾਦਸ਼ਾਹ ਦੇ ਸਮੇਂ ਦੀ ਗੱਲ ਹੈ, ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਤਖਤ ਤੇ ਬਿਰਾਜੇ ਸਨ। ਉਹਨੇ ਆਖਿਆ ਕਿ ਇਹ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਹੈ, ਇਹਦਾ ਨਾਮ ਸ਼ੇਰ ਸ਼ਾਹ ਹੈ। ਚੁਨਾ ਨਸਤ ਦਸਤੂਰ ਮੁਲਕੇ ਖੁਦਾ। ਕਹਿੰਦਾ ਉਹਦੇ ਮੁਲਕ ਦਾ ਇੱਕ ਦਸਤੂਰ ਹੈ, ਮੈਂ ਇਹ ਕਹਿਣਾ ਵੀ ਉਹ ਰੱਬੀ ਮੁਲਕ ਹੈ, ਰੱਬੀ ਦੇਸ਼ ਹੈ। ਉਹਦੇ ਦੇਸ਼ ਦਾ ਇੱਕ ਦਸਤੂਰ, ਇੱਕ ਨਿਯਮ ਹੈ। ਬਾਇਕ ਦਾਨ ਬੇਗਾਨ ਰਿਜ਼ਤ ਜੁਦਾ। ਕਹਿੰਦੇ ਉਹ ਆਪਣੇ ਕੋਲ ਕਿਸੇ ਬੇਗਾਨੇ ਦਾ ਇੱਕ ਦਾਣਾ ਵੀ ਨਹੀਂ ਰੱਖਦਾ। ਜੇ ਕਿਸੇ ਦਾ ਹੱਕ ਉਹਦੇ ਕੋਲ ਹੋਵੇ, ਉਹ ਵੱਖਰਾ ਰੱਖ ਦਿੰਦਾ ਵੀ ਇਹ ਮੇਰਾ ਨਹੀਂ।
ਇਹ ਦੂਜੇ ਦਾ ਹੈ, ਯਾਨੀ ਕਿ ਉਹ ਦੂਜੇ ਦਾ ਹੱਕ ਕਦੇ ਨਹੀਂ ਮਾਰਦਾ। ਗੀਰੰਦ ਸ਼ਾਹੀ ਬੇਅਫਤਾਦ ਦੁਰਗਾ। ਸਤਿਗੁਰੂ ਕਹਿੰਦੇ ਹਨ ਇਸ ਪ੍ਰਕਾਰ ਉਹਨੇ ਫਿਰ ਉਹ ਲੜਕੇ ਨੇ ਕਹਾਣੀ ਦੱਸੀ ਹੈ। ਕਹਿੰਦੇ ਇੱਕ ਦਫਾ ਉਹਨਾਂ ਨੇ ਇੱਕ ਸੌਦਾਗਰ, ਇੱਕ ਸ਼ਾਹੂਕਾਰ ਵੇਖਿਆ ਜਿਹੜਾ ਘੋੜਿਆਂ ਦਾ ਵਪਾਰ ਕਰਦਾ ਹੈ। ਪੇਸ਼ੇ ਗੁਰੇਜ਼ਤ ਚੁ ਅਜ਼ਬਾਜ਼ ਮੁਰਗਾ। ਸਾਧ ਸੰਗਤ ਉਹਦੇ ਪਾਸ ਘੋੜੇ ਸਨ ਬੜੇ ਸੋਹਣੇ। ਉਹ ਘੋੜੇ ਖੋਣ ਵਾਸਤੇ ਕਹਿੰਦੇ ਉਹਨਾਂ ਨੇ ਆਪਣਾ ਘੋੜਾ ਉਹਨਾਂ ਦੇ ਪਿੱਛੇ ਦੌੜਾ ਦਿੱਤਾ। ਤੇ ਜਿਸ ਪ੍ਰਕਾਰ ਕਹਿੰਦੇ ਮਹਾਰਾਜ ਜੀ ਕਹਿੰਦੇ ਜਿਸ ਪ੍ਰਕਾਰ ਬਪੇਸ਼ੇ ਗੁਰੇਜ਼ਤ ਚੁ ਅਜ਼ਬਾਜ਼ ਮੁਰਗਾ। ਜਿਵੇਂ ਕਹਿੰਦੇ ਬਾਜ ਜਿਹੜਾ ਮੁਰਗੇ ਪਿੱਛੇ ਭੱਜਦਾ ਹੈ ਨਾ ਉਹਨੂੰ ਫੜਨ ਵਾਸਤੇ, ਇਸੇ ਪ੍ਰਕਾਰ ਉਹਨਾਂ ਨੇ ਘੋੜਾ ਆਪਣਾ ਉਹਨਾਂ ਨੂੰ ਫੜਨ ਵਾਸਤੇ ਪਿੱਛੇ ਲਾ ਦਿੱਤਾ ਹੈ। ਬਗੀਰਦ ਅਜ਼ੋ ਹਰਦ ਅਸਪੇ ਕਲਾ। ਉਹ ਘੋੜੇ ਖੋਹ ਲਏ ਉਹਨਾਂ ਦੇ ਕੋਲੋਂ ਤੇ ਘੋੜੇ ਬੜੇ ਸੋਹਣੇ ਸਨ। ਸਤਿਗੁਰੂ ਸਾਹਿਬ ਜੀ ਕਹਿੰਦੇ ਵੇਖਣ ਨੂੰ ਬੜੇ ਸੁੰਦਰ ਲੱਗਦੇ ਸਨ। ਇਹ ਮੁਲਕੇ ਆਰਾਕਸ਼ ਬੇਆਮਦ ਅਜ਼ਾਂ। ਤੇ ਇਹ ਜਿਹੜੇ ਅਰਾਕੀ ਘੋੜੇ ਸਨ ਉਸ ਇਲਾਕੇ ਦੇ ਵਿੱਚੋਂ ਲਿਆਂਦੇ ਹੋਏ ਸਨ। ਬਖਸ਼ੀਦ ਔਰਾ ਬਸੇ ਜ਼ਰਦੋ ਫੀਲ। ਭਾਵੇਂ ਉਹ ਘੋੜੇ ਤਾਂ ਖੋਹ ਲਏ ਪਰ ਉਹਨੇ ਹੱਕ ਨਹੀਂ ਰੱਖਿਆ ਉਹਨਾਂ ਦਾ। ਕਹਿੰਦੇ ਬੇਬਖਸ਼ੀਦ ਔਰਾ ਬਸੇ ਜ਼ਰਦੋ ਫੀਲ। ਉਹਨੇ ਉਹਨਾਂ ਨੂੰ ਫੀਲ ਹਾਥੀ ਦਿੱਤੇ, ਹਾਥੀ ਦੇ ਨਾਲ ਜ਼ਰ ਸੋਨਾ ਦਿੱਤਾ, ਸੋਨਾ ਚਾਂਦੀ ਆਦਿਕ ਦੇ ਕਰਕੇ ਉਹਨਾਂ ਨੂੰ ਨਿਵਾਜਿਆ ਹੈ। ਬੇਰੂ ਬਿਆਵਰਦ ਦਰਿਆਏ ਨੀਲ। ਕਿਉਂਕਿ ਉਹ ਜਿਹੜੇ ਘੋੜੇ ਨੀਲ ਦਰਿਆ ਨੂੰ ਪਾਰ ਕਰਕੇ ਆਏ ਸਨ, ਭਾਵ ਬਹੁਤ ਹੀ ਦੂਰੋਂ ਆਏ ਸਨ। ਯਕੇ ਨਾਮ ਰਾਹੋ ਸਰਾਹੋ ਦਿਗਰ। ਇੱਕ ਘੋੜੇ ਦਾ ਨਾਮ ਰਾਹੋ ਹੈ ਜਿਹਨੂੰ ਰਾਹੂ ਵੀ ਲਿਖਿਆ ਗਿਆ ਹੈ, ਤੇ ਦੂਜੇ ਘੋੜੇ ਦਾ ਨਾਮ ਸਰਾਹੂ ਹੈ। ਜੋ ਆਹੂੰ ਕਲਾ ਪਾਏ ਅਜ਼ੀਮੇ ਦੋ ਨਰ। ਕਹਿੰਦੇ ਉਹ ਘੋੜੇ ਬੜੇ ਸੁੰਦਰ ਨੇ, ਬੜੀ ਉਹਨਾਂ ਦੇ ਅੰਦਰ ਤਾਕਤ ਹੈ, ਬੜੇ ਚਮਕਦਾਰ ਘੋੜੇ ਨੇ, ਪਰ ਅਜ਼ੀਮੇ ਦੋ ਨਰ। ਉਹਨਾਂ ਦੇ ਪੈਰ ਇੰਨੇ ਚੌੜੇ ਨੇ ਜਿਵੇਂ ਮਨੁੱਖ ਦੇ ਪੈਰ ਹੋਵਣ। ਕਈ ਘੋੜੇ ਇਦਾਂ ਦੇ ਤੁਹਾਨੂੰ ਵੇਖਣ 'ਚ ਮਿਲਣਗੇ, ਉਹਨਾਂ ਦੇ ਚੌੜੇ ਚੌੜੇ ਪੈਰ ਹੁੰਦੇ ਨੇ, ਵੇਖਣ ਨੂੰ ਇਦਾਂ ਲੱਗਦਾ ਜਿਵੇਂ ਬੰਦੇ ਦੇ ਹੀ ਪੈਰ ਹੋਣ। ਵੱਡੇ ਵੱਡੇ ਪੈਰਾਂ ਵਾਲੇ ਘੋੜੇ ਹੁੰਦੇ ਨੇ, ਜੱਤ ਬੜੀ ਵੱਡੀ ਹੁੰਦੀ ਉਹਨਾਂ ਦੀ। ਇਸ ਪ੍ਰਕਾਰ ਅਜ਼ੀਮੇ ਦੋ ਨਰ, ਜਿਵੇਂ ਦੋ ਮਨੁੱਖ ਦੇ ਪੈਰ ਵੱਡੇ ਹੁੰਦੇ ਨੇ, ਤੇ ਇਸ ਤਰ੍ਹਾਂ ਉਹ ਵੱਡੇ ਪੈਰਾਂ ਵਾਲੇ ਘੋੜੇ ਹਨ। ਅਗਰ ਅਸਪ ਹਰ ਦੋ ਅਜ਼ਾਮੇ ਦੇ ਹਦ। ਉਹ ਜਿਹੜਾ ਲੜਕਾ ਜਿਹੜਾ ਬਾਦਸ਼ਾਹ ਦਾ, ਉਸ ਲੜਕੀ ਨੂੰ ਕਹਿੰਦਾ ਅਗਰ ਤੂੰ ਉਹ ਦੋ ਘੋੜੇ ਮੈਨੂੰ ਲਿਆ ਕੇ ਦੇ ਦੇਵੇਂ। ਵਜ਼ਾ ਪਸਤੂਰਾ ਖਾਨ ਏ ਬਾਨੂ ਕੋ ਨਦ। ਤੇ ਤੇਰੇ ਨਾਲ ਫਿਰ ਮੇਰਾ ਵਾਅਦਾ ਰਿਹਾ, ਜਿਹੜੀ ਗੱਲ ਤੂੰ ਆਖੀ ਹੈ ਵੀ ਮੈਂ ਤੇਰੇ ਨਾਲ ਨਿਕਾਹ ਕਰਾ ਲਵਾਂ, ਤੇ ਮੈਂ ਫਿਰ ਇਸ ਗੱਲ ਲਈ ਰਾਜ਼ੀ ਹੋ ਜਾਵਾਂਗਾ, ਪਰ ਉਸ ਤੋਂ ਪਹਿਲਾਂ ਤੈਨੂੰ ਉਹ ਘੋੜੇ ਜ਼ਰੂਰ ਲਿਆਣੇ ਪੈਣਗੇ। ਸੁਨੀਦੀ ਸੁਖੰਦਾ ਹਮੀ ਸ਼ੁਧ ਰਵਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਲੜਕੀ ਨੇ ਜਦੋਂ ਇਹ ਗੱਲ ਸੁਣੀ ਹੈ ਤੇ ਗੱਲ ਸੁਣਦਿਆਂ ਸਾਰੀ ਚੱਲ ਪਈ ਹੈ। ਬਿਆਮਤ ਬਸ਼ਹਿਰ ਸ਼ਾਹ ਹਿੰਦੁਸਤਾਨ। ਇਸ ਤਰ੍ਹਾਂ ਚਲਦੀ ਚਲਦੀ ਕਹਿੰਦੇ ਹਿੰਦੁਸਤਾਨ ਦੇ ਸ਼ਹਿਰ ਦਿੱਲੀ ਵਿੱਚ ਆ ਪਹੁੰਚੀ ਹੈ। ਨਿਸਤੰਦ ਬਰਰੋਦ ਜਮਨਾ ਲਬ ਆਬ। ਜਿਸ ਜਗ੍ਹਾ ਤੇ ਜਮਨਾ ਦਾ ਪਾਣੀ ਵਹਿੰਦਾ ਹੈ, ਜਮਨਾ ਦੇ ਕੰਢੇ ਤੇ ਆ ਕੇ ਬਹਿ ਗਈ ਹੈ। ਬੇਬੁਰਦੰਦ ਬਾਦੈ ਖੁਰਦੰਦ ਕਬਾਬ। ਉਹਨੇ ਆਪਣੇ ਨਾਲ ਕੁਝ ਸ਼ਰਾਬ ਦੇ ਪਿਆਲੇ ਲਏ ਤੇ ਕੁਝ ਮਾਸ ਆਦਿਕ ਕਬਾਬ ਆਦਿਕ ਲੈ ਲਿਆ ਹੈ। ਬਸੇ ਦੋ ਬਰ ਆਮਦ ਸ਼ਬੇ ਚੂਸਿਆ। ਇਹਨੇ ਨੂੰ ਰਾਤ ਪੈ ਗਈ ਉੱਥੇ ਬੈਠਿਆਂ ਬੈਠਿਆਂ ਦਰਿਆ ਦੇ ਕੰਢੇ ਉੱਪਰ। ਰਵਾ ਕਰਦ ਆਬਸ ਬਸੇ ਪੁਸ਼ਤਕਾ। ਉਹਨੇ ਕੀ ਕੀਤਾ, ਘਾਹ ਇਕੱਠਾ ਕਰ ਲਿਆ। ਘਾਹ ਇਕੱਠਾ ਕਰਕੇ ਉਹਦੀਆਂ ਪੁਲੀਆਂ ਜੀਆਂ ਬਣਾ ਕੇ ਨਾ ਤੇ ਜਮਨਾ ਦੇ ਪਾਣੀ ਵਿੱਚ ਰੋੜਨੀਆਂ ਸ਼ੁਰੂ ਕਰ ਦਿੱਤੀਆਂ। ਬਾਦੀ ਦੰਦ ਔਰਾ ਬਸੇ ਪਾਸਬਾਂ। ਬਾਹਰ ਚੌਕੀਦਾਰ ਖੜੇ ਸਨ, ਰਾਤ ਦੇ ਪਹਿਰੇਦਾਰ ਖੜੇ ਸਨ ਜਿਹੜੇ ਪਹਿਰਾ ਦੇ ਰਹੇ ਸਨ। ਜਦੋਂ ਉਹਨਾਂ ਨੇ ਵੇਖਿਆ ਵੀ ਜਮਨਾ ਦੇ ਪਾਣੀ ਵਿੱਚ ਕੁਝ ਰੁੜਦਾ ਆ ਰਿਹਾ ਹੈ ਤੇ ਉਹਨਾਂ ਨੇ ਉਸੇ ਵਕਤ ਹੀ ਚਮਕ ਦੇ ਵਿੱਚ ਆ ਕਰਕੇ ਬਤੁੰਦੀ ਦਰ ਆਮਦ ਬਤਾਬਸ਼ ਹੁਮਾ। ਉਹਨਾਂ ਨੇ ਵੇਖਿਆ ਕੁਝ ਰੁੜਦਾ ਆ ਰਿਹਾ ਹੈ, ਵੀ ਕੋਈ ਮਨੁੱਖ ਹੀ ਨਾ ਹੋਵੇ, ਕੋਈ ਫੌਜ ਹੀ ਨਾ ਹੋਵੇ। ਇਸ ਗੱਲ ਨੂੰ ਵੇਖ ਕੇ ਉਹ ਹੁਸ਼ਿਆਰ ਹੋ ਗਏ, ਤਾਬਸ਼ ਵਿੱਚ ਆ ਗਏ ਹਨ। ਉਸੇ ਬਰਵੈ ਬੰਦੂਕ 12 ਕੋ ਨਦ। ਉਸੇ ਵਕਤ ਉਹਨਾਂ ਨੇ ਬੰਦੂਕਾਂ ਲੈ ਲਈਆਂ, ਤੀਰ ਲੈ ਲਏ ਤੇ ਇਸ ਤਰ੍ਹਾਂ ਵਰਖਾ ਕਰ ਦਿੱਤੀ ਜਿਵੇਂ ਮੀਂਹ ਪੈਂਦਾ ਹੈ। ਜੋ ਬਾਬਰਕ ਅਬਰਸ਼ ਬਹਾਰਾਂ ਕੋ ਨਦ। ਸਤਿਗੁਰੂ ਜੀ ਕਹਿੰਦੇ ਜਦੋਂ ਵਰਖਾ ਕੀਤੀ ਨਿਕਲਿਆ ਵਿੱਚੋਂ ਕੁਝ ਵੀ ਨਹੀਂ। ਉਹ ਘਾਹ ਦੀਆਂ ਪੁਲੀਆਂ ਸਨ,
ਰੁੜਦੀਆਂ ਜਾ ਰਹੀਆਂ ਸਨ। हमी वज है कर दंद 2 से 4 बार। ਉਸ ਲੜਕੀ ਨੇ 2-4 ਵਾਰੀ ਇਦਾਂ ਹੀ ਕੀਤਾ। ਉਹਨੇ ਪਹਿਲਾਂ ਘਾਹ ਦੀਆਂ ਪੁਲੀਆਂ ਰੋੜੀਆਂ, ਉਹਨਾਂ ਨੇ ਬੰਦੂਕਾਂ ਵਿੱਚੋਂ ਗੋਲੀਆਂ ਮਾਰੀਆਂ, ਤੀਰ ਮਾਰੇ, ਕੁਝ ਨਾ ਨਿਕਲਿਆ। ਉਹਨੇ ਫਿਰ ਦੂਜੀ ਵਾਰ ਰੋੜ ਦਿੱਤੀਆਂ, ਉਹਨਾਂ ਫਿਰ ਗੋਲੀਆਂ ਮਾਰੀਆਂ, ਫਿਰ ਵੇਖਿਆ ਇਹ ਤਾਂ ਘਾਹ ਹੈ। ਜਦੋਂ 3-4 ਵਾਰੀ ਇਦਾਂ ਹੀ ਨਾ ਘਾਹ ਰੁੜਿਆ ਤੇ ਸਿਪਾਹੀ ਸੋਚਣ ਲੱਗੇ ਵੀ ਇਹ ਤਾਂ ਘਾਹ ਰੁੜਿਆ ਆਉਂਦਾ। ਤੁਹਾਨੂੰ ਇਹ ਜਿਹੜੀ ਕਥਾ, ਇਹ ਕਹਾਣੀ ਹੈ ਨਾ, ਇਹਨੂੰ ਮੈਨੂੰ ਇਦਾਂ ਨਜ਼ਰ ਆਏਗੀ ਜਿਹੜੀ ਕਥਾ ਬਾਬਾ ਬਿਧੀ ਚੰਦ ਜੀ ਦੀ ਹੈ, ਇਸੇ ਤਰ੍ਹਾਂ ਹੀ ਤੁਹਾਨੂੰ ਇਸੇ ਰੂਪ ਵਿੱਚ ਹੀ ਇਹ ਦਿਖਾਈ ਦੇਵੇਗੀ। ਤੇ ਉਸ ਲੜਕੀ ਨੇ ਜਿਹੜਾ ਘਾਹ ਉਹਦੇ ਵਿੱਚ ਰੋੜਿਆ, ਉਹ ਭੁਲੇਖਾ ਪਾਉਣ ਵਾਸਤੇ, ਕਿਉਂਕਿ ਉਹਨੇ ਆਪ ਕਿਲੇ ਦੇ ਕੋਲ ਵਿੱਚੋਂ ਨਿਕਲ ਕੇ ਜਾਣਾ ਸੀ ਪਾਣੀ ਵਿੱਚ, ਵੀ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਜੇ ਕੱਲੀ ਗਈ ਤੇ ਪਤਾ ਲੱਗ ਜਾਣਾ। ਜਿਵੇਂ ਬਾਬਾ ਬਿਧੀ ਚੰਦ ਜੀ ਰੋਜ਼ ਪੱਥਰ ਲਿਆ ਕੇ ਸੁੱਟਦੇ ਸਨ ਵਿੱਚ, 1-2-4 ਦਿਨ ਤਾਂ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਕੁਝ ਹੈ, ਫਿਰ ਸੋਚਦੇ ਕੋਈ ਪਾਣੀ ਦਾ ਜੀਵ ਹੋਏਗਾ। ਇਸੇ ਤਰ੍ਹਾਂ ਹੀ ਉਹ ਲੜਕੀ ਘਾਹ ਦੀਆਂ ਪੁਲੀਆਂ ਸੁੱਟਦੀ ਰਹੀ। ਉਹਨੇ 2-4 ਵਾਰੀ ਸੁੱਟੀਆਂ ਤੇ ਸਿਪਾਹੀਆਂ ਨੂੰ ਬਾਅਦ ਵਿੱਚ ਇਹ ਹੋ ਗਿਆ ਵੀ ਕਿਤੇ ਘਾਹ ਰੁੜਿਆ ਆਉਂਦਾ ਹੈ। हम आखर कुनद खाब खुफ्त इख्तियार। ਆਖਰ ਵਿੱਚ ਉਹ ਸੋਚਦੇ ਵੀ ਚਲੋ ਆਰਾਮ ਹੀ ਕਰ ਲਈਏ, ਵੀ ਇਹ ਤਾਂ ਘਾਹ ਹੈ, ਇੱਥੇ ਕਿਹੜਾ ਹੋਰ ਕੁਝ ਹੈ। ਪਰ ਇਸ ਲੜਕੀ ਨੇ ਬਹੁਤ ਵੱਡਾ ਕਾਰਨਾਮਾ ਕੀਤਾ ਹੈ। ਉਹ ਰਹਿੰਦਾ ਪ੍ਰਸੰਗ ਜਿਹੜਾ ਆਪਾਂ ਕੱਲ ਸਰਵਣ ਕਰਾਂਗੇ। ਤੋਂ ਨਾਲ ਜਿਹੜੀ ਇਹ ਹਕਾਇਤ ਇਹਦੀ ਸਮਾਪਤੀ ਹੈ ਤੇ ਅਖੀਰਲੀ ਇੱਕ ਹਕਾਇਤ ਹੈ 12ਵੀਂ, ਕੋਈ ਕੰਗ ਦੀ ਹੈ। ਤੋ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 1428 ਅੰਗ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲੋਂ 2 ਅੰਗ ਘੱਟ ਨੇ, ਔਰ ਇਹਦੇ 2 ਅੰਗ ਘੱਟ ਹੀ ਇੱਕ ਮਕਸਦ ਨਾਲ ਰੱਖੇ ਗਏ ਨੇ, ਕਿਉਂਕਿ ਮੀਰੀ ਤੇ ਪੀਰੀ ਦੇ 2 ਗ੍ਰੰਥ ਨੇ। ਗੁਰੂ ਗ੍ਰੰਥ ਸਾਹਿਬ ਪੀਰੀ ਦਾ ਗ੍ਰੰਥ ਹੈ, ਔਰ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪੀਰੀ ਦਾ ਗ੍ਰੰਥ ਬਖਸ਼ਿਆ ਹੈ। ਰਾਜ ਸਾਜ ਦਾ ਇਹ ਗ੍ਰੰਥ ਹੈ। ਤੋ 2 ਅੰਗ ਜਿਹੜੇ ਹਨ, ਇਹ 2 ਅੰਗ ਗੁਰੂ ਗ੍ਰੰਥ ਸਾਹਿਬ ਨਾਲੋਂ ਘੱਟ ਨੇ। 1428 ਅੰਗ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ। ਤੋ 28ਵੇਂ ਅੰਗ ਦੇ ਉੱਪਰ ਆ ਕੇ ਸਮਾਪਤੀ ਹੁੰਦੀ ਹੈ। ਜਿਵੇਂ ਰਾਗਮਾਲਾ ਤੇ ਸਮਾਪਤੀ ਹੁੰਦੀ ਹੈ, ਇੱਦਾਂ ਜਿਹੜੀ 12ਵੀਂ ਹਕਾਇਤ ਹੈ, ਇਸੇ ਤਰ੍ਹਾਂ ਇੱਥੇ ਆ ਕਰਕੇ ਇਸ ਬਾਣੀ ਦੀ ਸੰਪੂਰਨਤਾ ਹੁੰਦੀ ਹੈ। ਤੋ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਜਫਰਨਾਮੇ ਦੀ ਪਵਿੱਤਰ ਬਾਣੀ ਦਾ ਭੋਗ ਪਾਵਾਂਗੇ, ਅਰਦਾਸ ਬੇਨਤੀ ਵੀ ਕਰਾਂਗੇ। ਔਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੰਨੇ ਦਿਨਾਂ ਤੋਂ ਰੋਜ਼ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਬਾਣੀ ਸਰਵਣ ਕਰ ਰਹੇ ਹੋ। ਔਰ ਇਸ ਦੀਵਾਨਾਂ ਦੇ ਦੌਰਾਨ ਇੱਕ ਬੇਨਤੀ ਜ਼ਰੂਰ ਹੈ ਵੀ ਮਾਤਾ ਜੀ ਹਰੀ ਹੋਰ ਮਾਤਾਵਾਂ ਬੈਠੀਆਂ ਨੇ, ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਬੁੱਧਵਾਰ, ਅਸੀਂ ਉਹਨਾਂ ਦਾ ਟਾਈਮ ਲੈ ਲਿਆ। ਤੋ ਅੱਗੇ ਤੋਂ ਜਦੋਂ ਵੀ ਸਮਾਗਮ ਰੱਖਾਂਗੇ ਬੁੱਧਵਾਰ ਇੱਕ ਦਿਨ ਵਿੱਚ ਛੁੱਟੀ ਕਰ ਦਿਆ ਕਰਾਂਗੇ, ਵੀ ਤੁਹਾਨੂੰ ਔਖਾ ਨਾ ਹੋਵੇ, ਵੀ ਆਪਾਂ ਇੱਕ ਦਿਨ ਵੱਧ ਉਂਝ ਲਾ ਲਿਆ ਕਰਾਂਗੇ, ਵੀ ਤੁਹਾਡੇ ਸਮੇਂ ਦਾ ਜ਼ਰੂਰ ਖਿਆਲ ਰੱਖਿਆ ਕਰਾਂਗੇ। ਕਿਉਂਕਿ ਮੇਰੇ ਮਨ ਦੇ ਵਿੱਚ ਇਹ ਚਾਅ ਹੈ ਵੀ ਗੁਰੂ ਸਾਹਿਬ ਦੀ ਬਾਣੀ ਦੀ ਜਿੰਨੀ ਕਥਾ ਹੋ ਸਕੇ ਨਾ, ਵੱਧ ਤੋਂ ਵੱਧ ਸੰਗਤ ਤਾਈਂ ਪਹੁੰਚ ਸਕੇ, ਤੇ ਉਹ ਲਾਹੇ ਦੀ ਹੈ। ਇਹੀ ਤਾਂ ਜੀਵਨ ਦਾ ਅਸਲੀ ਲਾਹਾ ਹੈ, ਤੇ ਇਹੀ ਆਪਾਂ ਖੱਟ ਕੇ ਜਾਣਾ ਹੈ। ਪੈਸਾ ਕਮਾਇਆ, ਦੁਨੀਆ ਵਿੱਚ ਵਿਚਰੇ, ਪਰਿਵਾਰ ਸੰਸਾਰ ਸਭ ਇੱਥੇ ਹੀ ਰਹਿ ਜਾਣਾ, ਕੁਝ ਨਹੀਂ ਨਾਲ ਜਾਣਾ ਬੰਦੇ ਦੇ। ਇਹੀ ਹੈ ਸੰਗਤ ਕਰ ਲਈ, ਬਾਣੀ ਪੜ੍ਹ ਲਈ, ਗੁਰੂ ਦੇ ਕੋਲ ਬਹਿ ਲਿਆ, ਆਹੀ ਕੁਝ ਹੀ ਹੈ ਜਿਹੜਾ ਆਪਣਾ ਸਫਲਾ ਹੋਣਾ। ਇਹੀ ਕੁਝ ਨਾਲ ਜਾਣਾ, ਬਾਕੀ ਤਾਂ ਸਭ ਕੁਝ ਨਾਸ਼ਵੰਤੀ ਹੈ, ਕੁਝ ਨਹੀਂ ਨਾਲ ਜਾਣਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਇੱਦਾਂ ਹੀ ਸਾਡੇ ਸਾਰਿਆਂ ਤੇ ਕਿਰਪਾ ਕਰਦੇ ਰਹਿਣ, ਸਾਡੇ ਕੋਲੋਂ ਇਹ ਸੇਵਾ ਲੈਂਦੇ ਰਹਿਣ, ਤੇ ਸੰਗਤਾਂ ਨੇ ਵੀ ਅਸੀਸ ਦੇਣੀ ਹੈ, ਆਪ ਜੀ ਨੇ ਵੀ ਅਰਦਾਸ ਕਰਨੀ ਹੈ ਕਿ ਮਹਾਰਾਜ ਸਾਡੇ ਤੇ ਕਿਰਪਾ ਕਰਨ ਜੀ। ਤੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ। ਤੋ ਕੱਲ ਜ਼ਰੂਰ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। हमी वज है कर दंद 2 से 4 बार। हम आखर को नद खाब खुफ्त इख्तियार। वाहिगुरु जी का खालसा वाहिगुरु।